ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਰਮਨਦੀਪ ਸਿੰਘ ਭੁੱਲਰ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ VBA ਨੇ ਪੰਜਾਬ ਸਟੇਟ ਐਗਜ਼ਾਮ ਦੀ ਤਿਆਰੀ ਕਰਾਉਣੀ ਸਟਾਰਟ ਕਰਾਤੀ ਹੈ। ਅੱਜ ਜਿਹੜੀ ਇੰਗਲਿਸ਼ ਦੀ ਵੀਡੀਓ ਫਸਟ ਵੀਡੀਓ ਰਿਕਾਰਡ ਹੋਣ ਜਾ ਰਹੀ ਹੈ ਤੇ ਇਹ ਜਿਹੜੀ ਰਿਕਾਰਡਿੰਗ ਦੇ ਵਿੱਚ ਆਪਾਂ ਜਿਹੜੀ ਚੀਜ਼ ਤੁਹਾਨੂੰ ਮੈਂ ਸਿਖਾਊਂਗਾ ਇਸ ਦੇ ਵਿੱਚ ਹੈ ਜੀ ਪਾਰਟ ਆਫ ਸਪੀਚ। ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ, ਪਾਰਟ ਆਫ ਸਪੀਚ ਦੇ ਵਿੱਚ ਕੀ ਹੁੰਦਾ ਹੈ ਆਪਾਂ ਉਹ ਸਾਰੀਆਂ ਚੀਜ਼ਾਂ ਸਮਝਾਂਗੇ। ਅੱਛਾ, ਇਹ ਬੇਸਿਕ ਕਿਉਂ ਹੈ, ਬੇਸਿਕ ਗ੍ਰਾਮਰ ਦਾ ਉਹ ਵੀ ਚੀਜ਼ਾਂ ਦੇਖਾਂਗੇ। ਅੱਛਾ, ਉਸ ਤੋਂ ਬਾਅਦ ਜਿਹੜੀ ਚੀਜ਼ ਦੇਖਾਂਗੇ ਵੀ ਇਹਨਾਂ ਦਾ ਯੂਜ਼ ਕਿੱਦਾਂ ਕਰਦੇ ਆ ਆਪਾਂ, ਤੇ ਇਹ ਯੂਜ਼ ਆਪਣੇ ਕਿੱਦਾਂ ਆਪਾਂ ਨੂੰ ਹੈਲਪ ਕਰਦਾ ਹੈ ਵੀ ਆਪਾਂ ਨੂੰ ਇੰਗਲਿਸ਼ ਆਵੇ। ਉਹ ਸਾਰੀਆਂ ਚੀਜ਼ਾਂ ਜਮਾਂ ਜ਼ੀਰੋ ਤੋਂ ਲੈ ਕੇ ਐਡਵਾਂਸ ਤੱਕ ਕਰਾਊਂਗਾ। ਇਸ ਵੀਡੀਓ ਨੂੰ ਬੜੇ ਧਿਆਨ ਨਾਲ ਦੇਖਣਾ। ਅੱਛਾ, ਹੁਣ ਦੇਖੋ ਆਪਣੇ ਕੋਲੇ ਪਾਰਟ ਆਫ ਸਪੀਚ ਨੂੰ ਸਮਝਣ ਦੇ ਵਿੱਚ ਜਿਹੜੀ ਚੀਜ਼ ਹੈਲਪ ਕਰੇਗੀ ਨਾ, ਆਪਾਂ ਇੱਕ ਬੰਦਾ ਜਾਂ ਫਿਰ ਇੱਕ ਕਰੈਕਟਰ ਲੈ ਲੈਂਦੇ ਹਾਂ। ਉਸ ਕਰੈਕਟਰ ਦਾ ਨਾਮ ਕੀ ਹੈ, ਪਹਿਲਾਂ ਆਪਾਂ ਕਰੈਕਟਰ ਨੂੰ ਦੇਖ ਲੈਂਦੇ ਹਾਂ ਜੀ। ਆਪਣੇ ਕਰੈਕਟਰ ਕੌਣ ਹੈ? ਆਪਣਾ ਕਰੈਕਟਰ ਹੈ ਜੀ, ਇੱਥੇ ਇੱਕ ਬੰਦੇ ਦੀ ਫੋਟੋ ਲੱਗੀ ਹੈ, ਬॉय ਦੀ ਫੋਟੋ ਲੱਗੀ ਹੈ। ਇਸ ਚੀਜ਼ ਦਾ ਇਹਦਾ ਨਾਮਕਰਨ ਕਰ ਦਿੰਦੇ ਆ। ਮੈਂ ਇਸ ਬॉय ਨੂੰ ਬੋਲਿਆ ਜੀ ਇਸ ਮੁੰਡੇ ਦਾ ਨਾਮ ਹੈ ਅਰਸ਼। ਚਲੋ ਠੀਕ ਹੈ। ਅੱਛਾ, ਇਹ ਮੁੰਡਾ ਹੈਗਾ, ਇਸ ਦਾ ਇੱਕ ਦੋਸਤ ਹੈ ਆਪਣੇ ਕੋਲੇ। ਦੋਸਤ ਕੌਣ ਹੈ ਜੀ? ਦੋਸਤ ਹੈਗਾ ਆਪਣੇ ਕੋਲੇ ਇਸ ਦਾ ਰਾਮ। ਇਸ ਦਾ ਦੋਸਤ ਹੈ ਰਾਮ। ਕੀ ਕਰ ਰਿਹਾ ਹੈ? ਰਾਮ ਖਾ ਰਿਹਾ ਜੀ, ਐਪਲ ਖਾ ਰਿਹਾ ਰਾਮ। ਅੱਛਾ ਠੀਕ ਹੈ, ਸਟੋਰੀ ਹਲੇ ਤੱਕ ਸਮਝ ਆ ਰਹੀ ਹੈ ਸਾਰਿਆਂ ਨੂੰ ਵੀ ਸਟੋਰੀ ਕੀ ਚੱਲ ਰਹੀ ਹੈ। ਇੱਕ ਆਪਣੇ ਕੋਲੇ ਮੁੰਡਾ ਸੀਗਾ, ਮੁੰਡਾ ਦਾ ਨਾਮ ਸੀਗਾ ਆਪਣੇ ਕੋਲੇ ਅਰਸ਼। ਅਰਸ਼ ਨੇ ਦੇਖਿਆ ਰਾਮ ਨੂੰ, ਰਾਮ ਇਸ ਦਾ ਦੋਸਤ ਸੀਗਾ। ਰਾਮ ਕੀ ਖਾ ਰਿਹਾ ਸੀਗਾ? ਐਪਲ ਖਾ ਰਿਹਾ ਸੀਗਾ। ਚਲੋ ਠੀਕ ਹੈ, ਇੰਨੀ ਸਟੋਰੀ ਸਮਝ ਆਈ। ਅੱਛਾ ਸਰ, ਹੁਣ ਇਸ ਦੇ ਵਿੱਚੋਂ ਇਸਨੇ ਜਦੋਂ ਇਹ ਸਾਰੀ ਕਹਾਣੀ ਆਪਾਂ ਦੇਖੀ, ਉਸ ਤੋਂ ਬਾਅਦ ਅਗਲੀ ਚੀਜ਼ ਦੇਖੀ। ਅਰਸ਼ ਨੇ ਰਾਮ ਨੂੰ ਕਿਹਾ, ਦੇਖ ਕੇ ਕਹਿੰਦਾ ਰਾਮ ਈਟਸ ਐਨ ਐਪਲ। ਇਸ ਦਾ ਮਤਲਬ ਕੀ ਹੈ? ਕਹਿੰਦਾ ਜਿਹੜਾ ਰਾਮ ਹੈ ਉਹ ਐਪਲ ਖਾਂਦਾ ਹੈ। ਇਸਨੇ ਇਹ ਗੱਲ ਕਹੀ। ਅੱਛਾ, ਹੁਣ ਦੇਖੋ ਜਿਹੜਾ ਅਰਸ਼ ਮੁੰਡਾ ਸੀਗਾ, ਇਸਨੇ ਇੱਕ ਆਪਾਂ ਨੂੰ ਸਪੀਚ ਦਿੱਤੀ। ਸਪੀਚ ਕੀ ਦਿੱਤੀ? ਰਾਮ ਈਟਸ ਐਨ ਐਪਲ। ਇਹ ਇਸ ਅਰਸ਼ ਦੀ ਸਪੀਚ ਸੀ। ਇੰਨੀ ਗੱਲ ਸਮਝ ਆ ਰਹੀ ਹੈ? ਇਸ ਦਾ ਮਤਲਬ ਆਪਣੇ ਕੋਲੇ ਅਰਸ਼ ਦੀ ਜਿਹੜੀ ਸਪੀਚ ਸੀਗੀ ਉਹ ਕੀ ਸੀਗੀ? ਰਾਮ ਈਟਸ ਐਨ ਐਪਲ। ਇੰਨੀ ਗੱਲ ਸਾਰਿਆਂ ਨੂੰ ਸਮਝ ਆਈ। ਹੁਣ ਇਸ ਸਪੀਚ ਦੇ ਪਾਰਟਸ ਨੂੰ ਕਾਊਂਟ ਕਰਦੇ ਹਾਂ। ਆਪਣੇ ਕੋਲੇ ਪਹਿਲਾ ਪਾਰਟ ਕੀ ਹੈ? ਰਾਮ। ਉਸ ਤੋਂ ਬਾਅਦ ਦੂਸਰਾ ਪਾਰਟ ਕੀ ਹੈ? ਈਟਸ। ਉਸ ਤੋਂ ਬਾਅਦ ਤੀਸਰਾ ਪਾਰਟ ਕੀ ਹੈ? ਐਨ ਐਪਲ। ਮਤਲਬ ਇੱਕ ਛੋਟੀ ਜੀ ਸਪੀਚ ਹੈ ਜਿਸ ਦੇ ਪਾਰਟ ਕਿੰਨੇ ਨੇ? 3 ਪਾਰਟ ਹੈ ਆਪਣੇ ਕੋਲੇ। ਆਪਾਂ ਇਹਨਾਂ ਨੂੰ ਹੀ ਐਨਾਲਾਈਜ਼ ਕਰਾਂਗੇ ਅੱਜ। ਅੱਛਾ, ਹੁਣ ਦੇਖੋ ਧਿਆਨ ਨਾਲ, ਆਪਣੇ ਕੋਲੇ ਪਰਫਾਰਮਾ ਤਿਆਰ ਹੈ ਜੀ ਪਾਰਟਸ ਆਫ ਸਪੀਚ ਨੂੰ ਸਮਝਣ ਦੇ ਲਈ। ਆਪਣੇ ਕੋਲ ਇੱਕ ਸਪੀਚ ਹੈ, ਉਸਦੇ ਆਪਾਂ ਪਾਰਟਸ ਰੈਡੀ ਕਰ ਲਏ ਹੈ। ਪਾਰਟਸ ਦੇ ਵਿੱਚ ਸਭ ਤੋਂ ਬੰਦੇ ਜਿਹੜਾ ਪਹਿਲਾ ਆਇਆ ਕਿਸੇ ਪਰਸਨ ਦਾ ਨਾਮ ਆਇਆ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਲਿਖੀ ਗਈ ਹੈ, ਨਾਮ ਲਿਖਿਆ ਗਿਆ ਆਪਣੇ ਕੋਲੇ ਰਾਮ। ਅੱਛਾ ਠੀਕ ਹੈ ਜੀ, ਰਾਮ ਲਿਖਤਾ, ਕਿਸੇ ਪਰਸਨ ਦਾ ਨਾਮ ਹੈ। ਉਸ ਤੋਂ ਬਾਅਦ ਅੱਗੇ ਲਿਖਿਆ ਗਿਆ ਈਟਸ। ਉਸ ਤੋਂ ਬਾਅਦ ਕੀ ਲਿਖਿਆ ਗਿਆ ਹੈ? ਈਟਸ। ਅੱਛਾ, ਈਟਸ ਦਾ ਮਤਲਬ ਕੀ ਹੁੰਦਾ ਹੈ? ਇਸ ਦਾ ਮਤਲਬ ਤਾਂ ਸਰ ਕੰਮ ਕਰਨਾ ਹੁੰਦਾ ਹੈ। ਇਸ ਦਾ ਮਤਲਬ ਹੁੰਦਾ ਹੈ ਖਾਣਾ। ਚਲੋ ਗੱਲ ਸਮਝ ਆਉਂਦੀ ਹੈ। ਉਸ ਤੋਂ ਬਾਅਦ ਸਰ ਮਤਲਬ ਖਾਧਾ ਕੌਣ ਗਿਆ? ਸਰ ਇੱਕ ਚੀਜ਼ ਹੈ ਜਿਹੜੀ ਖਾਧੀ ਗਈ, ਉਸ ਦਾ ਨਾਮ ਹੈ ਐਨ ਐਪਲ। ਉਹ ਮਤਲਬ ਛੋਟੀ ਜੀ ਚੀਜ਼ ਹੈ ਸਰ, ਇਸ ਮੁੰਡੇ ਦੇ ਹੱਥ ਦੇ ਵਿੱਚ ਹੈ ਤੇ ਇਸ ਚੀਜ਼ ਦਾ ਨਾਮ ਕੀ ਹੈ? ਐਨ ਐਪਲ। ਮਤਲਬ ਸਰ ਸਟੋਰੀ ਸਮਝ ਆਈ ਕਿਤੇ ਨਾ ਕਿਤੇ। ਪਹਿਲਾਂ ਅਰਸ਼ ਨੇ ਪਹਿਲਾਂ ਕਿਸ ਦਾ ਨਾਮ ਲਿਆ? ਪਹਿਲਾਂ ਇਸ ਮੁੰਡੇ ਦਾ ਨਾਮ ਲਿਆ। ਸਰਨਾਮ ਕੀ ਸੀਗਾ? ਰਾਮ। ਚਲੋ ਠੀਕ ਹੈ। ਉਸ ਤੋਂ ਬਾਅਦ ਇਹ ਮੁੰਡਾ ਜੋ ਕੰਮ ਕਰ ਰਿਹਾ ਸੀਗਾ, ਉਸਨੇ ਉਹ ਦੱਸਿਆ ਕੀ ਕੰਮ ਕਰ ਰਿਹਾ ਜੀ? ਕਹਿੰਦਾ ਖਾ ਰਿਹਾ। ਠੀਕ ਹੈ ਜੀ। ਉਸ ਤੋਂ ਬਾਅਦ ਅਗਲੀ ਚੀਜ਼ ਇਸਨੇ ਦੱਸੀ ਵੀ ਇਹ ਸਰ ਖਾ ਕੀ ਰਿਹਾ ਹੈ? ਉਸਨੇ ਦੱਸਿਆ ਜੀ ਐਨ ਐਪਲ, ਇਹ ਇੱਕ ਸੇਬ ਖਾ ਰਿਹਾ ਹੈ। ਇੰਨੀ ਗੱਲ ਸਮਝ ਆਈ ਸਾਰਿਆਂ ਨੂੰ? ਮਤਲਬ ਇਸ ਦੀ ਜੋ ਵੀ ਇਸਨੇ ਸਪੀਚ ਬੋਲੀ ਉਸ ਦੇ ਵਿੱਚ ਸਾਰੀ ਰਾਮ ਕਹਾਣੀ ਦੱਸੀ ਵੀ ਇਹ ਇੱਕ ਰਾਮ ਹੈ, ਇਹ ਕੰਮ ਕਰ ਰਿਹਾ ਹੈ, ਖਾਣ ਦਾ, ਖਾਧਾ ਕੀ ਗਿਆ? ਸੇਬ। ਇੰਨੀ ਗੱਲ ਪਤਾ ਲੱਗੀ ਸਾਰਿਆਂ ਨੂੰ? ਠੀਕ ਹੈ ਜੀ। ਜੇ ਇੰਨੀ ਗੱਲ ਪਤਾ ਲੱਗੀ ਤੇ ਹੁਣ ਦੇਖੋ ਧਿਆਨ ਦੇ ਨਾਲ, ਆਪਣੇ ਕੋਲੇ ਬੇਸਿਕ ਗ੍ਰਾਮਰ ਦਾ ਇੱਕ ਸਟਰਕਚਰ ਹੁੰਦਾ ਹੈ। ਉਹ ਸਟਰਕਚਰ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੈ, ਉਸ ਤੋਂ ਬਾਅਦ ਵਰਬ, ਉਸ ਤੋਂ ਬਾਅਦ ਆਬਜੈਕਟ ਆਉਂਦਾ ਹੈ। ਇਹ ਸਾਰਿਆਂ ਨੂੰ ਪਤਾ ਹੋਊਗਾ, ਸਬਜੈਕਟ ਪਲੱਸ ਵਰਬ ਪਲੱਸ ਸਬਜੈਕਟ ਬੱਚੇ 6ਵੀਂ ਕਲਾਸ ਤੋਂ ਪੜ੍ਹਨ ਲੱਗਦੇ ਆ ਜੀ। ਪਰ ਅੱਜ ਦੀ ਇਸ ਕਲਾਸ ਦੇ ਵਿੱਚ ਮੈਂ ਦੱਸੂਗਾ ਵੀ ਇਹੀ ਕਿਉਂ ਬਣਾਇਆ ਬੰਦੇ ਨੇ, ਸਬਜੈਕਟ ਪਲੱਸ ਵਰਬ ਪਲੱਸ ਸਬਜੈਕਟ ਨੂੰ ਹੀ ਕਿਉਂ ਮਾਨਤਾ ਦਿੱਤੀ ਗਈ ਹੈ। ਜੇ ਕੋਈ ਬੰਦਾ ਕਹਿ ਦਿੰਦਾ ਵੀ ਨਾ ਮੈਂ ਤਾਂ ਪਹਿਲਾਂ ਵਰਬ ਲਿਖੂੰਗਾ, ਉਸ ਤੋਂ ਬਾਅਦ ਆਬਜੈਕਟ, ਉਸ ਤੋਂ ਬਾਅਦ ਸਬਜੈਕਟ, ਇਹ ਕਿਉਂ ਨਹੀਂ ਸਹੀ ਮੰਨਿਆ ਗਿਆ? ਇਹ ਗਲਤ ਮੰਨਿਆ ਗਿਆ ਕਿਉਂ? ਇਸ ਚੀਜ਼ ਨੂੰ ਸਮਝਦੇ ਆਪਾਂ। ਦੇਖੋ ਧਿਆਨ ਦੇ ਨਾਲ, ਇਸ ਚੀਜ਼ ਨੂੰ ਸਮਝਣ ਦੇ ਲਈ ਇੱਕ ਚੀਜ਼ ਦਾ ਦੇਖਣਾ ਬਹੁਤ ਜ਼ਰੂਰੀ ਹੈ, ਇੱਕ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵੀ ਸਬਜੈਕਟ ਹੁੰਦਾ ਹੈ ਆਪਣੇ ਕੋਲੇ ਕਰਤਾ। ਕੌਣ ਹੁੰਦਾ ਸਬਜੈਕਟ? ਕਰਤਾ। ਇੰਗਲਿਸ਼ ਚ ਬੋਲਦੇ ਆ ਆਪਾਂ
डूअर की बोलिया जाता है अपने कोले डूअर बोलिया जाता है। अच्छा जे डूअर है सर कहता करते ने यह काम करना है, वर्ब का मतलब काम होंदा है, एक्शन होंदा है, तो सारिਆਂ ਨੂੰ पता है। सर कहता करते ने यह काम करना है ते इस काम का असर किस ते होना, इस काम का असर होना सर ऑब्जेक्ट दे उत्ते। ये तां इस चीज़ नूं मानता दित्ती गई है भी सब्जैक्ट ये काम करदा है, इसका असर ऑब्जेक्ट ते हुंदा है, इसे करके इस स्ट्रक्चर नूं आपां यूनीवर्सल स्ट्रक्चर या बेसिक स्ट्रक्चर बोलते हैं। अच्छा हुण देखो ध्यान नाल फिर ये जिहड़ा बेसिक स्ट्रक्चर आया है, बेसिक स्ट्रक्चर आपां इस सेंटेंस दे नाल मैच करके देखते हैं कि ये मैच करदा पिया। चलो देख लेने हैं जी। अच्छा राम नूं जे मन्ना मैं सब्जैक्ट, सब्जैक्ट तो बाद ईट्स नूं की मन्नांगे वर्ब ते एन एप्पल नूं की मन्नांगे ऑब्जेक्ट। ते जे कायदे दे हिसाब नाल इस चीज़ नूं देखिए तां पता लग्या जी राम है वो की कर रहा है, वो सब्जैक्ट है वो काम कर रहा है की करन दा, खाण दा। ते सर खादा की गया अपने कोले एप्पल खादा गया। सर यही स्ट्रक्चर इधर ऊपर मैच कर रहे हो, तुसीं कहोगे जी मैच कर रहे हैं, इसका मतलब अपने कोले सेम है। अपने जड़ा पार्ट्स ऑफ स्पीच सी कुछ भी नहीं होंदा, पार्ट्स ऑफ स्पीच जस्ट बेसिक स्ट्रक्चर जिहड़ा हुंदा ना सब्जैक्ट प्लस वर्ब प्लस ऑब्जेक्ट उस दे विच रखियां होईयां चीज़ां हुंदियां ने। एक्चुअल दे विच दूसरी भाषा दे विच समझो दूसरे शब्दां दे विच की है, देखो ध्यान नाल जे मैं लिखिया इत्थे राम ईट्स एन एप्पल, इसे नूं ही सब्जैक्ट, इसे नूं ही वर्ब, इसे नूं ही ऑब्जेक्ट बोले। यही गल है, बस इन्नी ही कहानी है। पार्ट ऑफ स्पीच बेसिक स्ट्रक्चर दे विच लिखियां होईयां चीज़ां हुंदियां ने। ये मेरी स्पीच है, इस दे सब्जैक्ट दे विच राम लिखिया, मेरी स्पीच दा पार्ट आ गया। उस तो बाद मैं ईट्स लिखिया, मेरी स्पीच दा पार्ट है। उस तो बाद एन एप्पल लिखिया, मेरी स्पीच दा पार्ट है। इन्नी गल समझ आ रही है। अच्छा जे इन्नी गल समझ आई तो हुण बड़े ध्यान दे नाल इस चीज़ नूं समझिओ, बड़ी मतलब बरीकी दे नाल इस चीज़ नूं जांचण दी लोड़ है। किहड़ी चीज़ है वो ये चीज़ है बई अपने कोले भी सब्जैक्ट तो ठीक सी सर, सब्जैक्ट ठीक सी, वर्ब भी सानू पता है, अपन ऑब्जेक्ट भी पता है, पर सर सब्जैक्ट दे विच राम ही क्यों आया, सब्जैक्ट दे विच ईट्स क्यों नहीं आया। बड़े बंदे कहणगे सर फिर ईट्स वर्ब दे विच आया, ईट्स ऑब्जेक्ट दे विच क्यों नहीं आया। हुण इस चीज़ नूं पहलां ही बड़े ध्यान नाल समझो, जिहड़ा सब्जैक्ट है ना एक करता ते डूअर हुंदा है। करता ते डूअर वो हुंदा जो काम नूं करदा है। हुण मेरी गल सुनो, कोई बंदा ही काम नूं कर सकदा हुंदा, कोई बंदा ही हुंदा जिहड़ा काम नूं करदा है। इस करके दुनिया ते कोई इहो जिहा बंदा है जिहदा नाम नहीं हैगा, पहलां तां मैनूं दस दिओ। तुसीं कहोगे नहीं सर सारे मनुक्खां दे नाम है, सारे बंदियां दे नाम है। इसदा मतलब की है इस सब्जैक्ट दे विच किसी बंदे दा नाम ही आएगा। नाम मतलब इंग्लिश च की बोलांगे आपां, नाउन ही आएगा। इन्नी गल समझ आई सारिਆਂ ਨੂੰ। कहोगे जी ठीक है, अच्छी गल है। अच्छा उस तो बाद है सर यह बंदा कोई ना कोई काम ही करेगा, ऑब्वियसली सब्जैक्ट ने यही काम किया, तो इसका मतलब वर्ब आएगी सर इत्थे। उस तो बाद ते सर उस वर्ब का असर किस ते पिया, वो चीज़ भी तो दसनी पऊगी। सर मैं यही चीज़ की ते इस चीज़ का असर इस ते पिया, ते जिहड़ी चीज़ ते उस वर्ब का असर होएगा सर उस चीज़ का भी तो अपना नाम ही होएगा। इन्नी गल समझ आ रही है। इसका मतलब अपने कोले ऑब्जेक्ट दे विच भी की आएगा, नाम आएगा। हुण बड़ी प्रैक्टिकल एग्जांपल समझो। पहला इस बंदे दा नाम की सी, इत्थे लिख दिना मैं सर राम। ये काम की कर रहा सी, सर की करन दा, ईट्स करन दा, खाण दा। ते सर खादा की गया सी एप्पल। सर जो चीज़ इसके हाथ दे विच है इसका नाम की है, तुसीं कहोगे एप्पल। कहानी हुण मैनूं लगदा समझ आ गई होगी कुछ ना कुछ चीज़ दे विच। मतलब पार्ट्स ऑफ स्पीच कुछ नहीं हुंदा, पार्ट्स ऑफ स्पीच अपनी स्पीच दे पार्ट्स हुंदे ने ते उन्हां दा नामकरण कीता गया है। जिवें सब्जैक्ट दे विच की आ गया नाउन, ऑब्जेक्ट दे विच भी की आ गया नाउन। इन्नी गल समझ आई सारिਆਂ ਨੂੰ। जे इन्नी गल समझ आई तो उस तो बाद अगे चलते हैं आपां। अगे चले इस चीज़ दे विच तां अगे एक चीज़ देखी आपां, देखो ध्यान दे नाल। सर सब्जैक्ट दे विच नाउन आ गया, सानू पता लग गया। सर ऑब्जेक्ट दे विच नाउन आ गया, सानू पता लग गया। ते जे हुण तुहाडे चों बड़े बंदे ना उतावले होणगे, सर ये चीज़ पता लग गई सानू, ठीक है अगे दसो। ते सर कई बंदियां ने तो इत्थों तक दिमाग ला लिया होगा, की दिमाग लाया होगा, सानू ये पता है सब्जैक्ट प्लस वर्ब प्लस ऑब्जेक्ट, ते सानू अज ये पता लग गया सब्जैक्ट दे विच की आएगा नाउन। यार तू बहुतियां गल्लां ना मार, सानू जे स्ट्रक्चर पता है ना ते सानू इस स्ट्रक्चर दे विच लिखण वालियां जिहड़ियां चीज़ां जो असीं इस विच फिल कर सकते हैं, जिवें तू एक नाउन फिल कीता उदां दियां सारियां चीज़ां दे दे, असीं उस स्ट्रक्चर दे विच भर के आपे सेंटेंस बना लांगे। बोलो गल बनदी पई है? तुसीं कहोगे यस बिल्कुल बनदी पई है। जे मैं
ਇਹ ਸਬਜੈਕਟ ਸਟਰਕਚਰ ਦੇ ਵਿੱਚ ਸੌਰੀ ਇਸ ਸਬਜੈਕਟ ਦੇ ਵਿੱਚ ਇਸ ਵਰਬ ਦੇ ਵਿੱਚ ਆਬਜੈਕਟ ਦੇ ਵਿੱਚ ਫਿਲ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਦੇ ਦਾਂ ਜਿਵੇਂ ਕਿ ਨਾउन ਹੈ ਤਾਂ ਤੁਸੀਂ ਆਪਣੇ ਆਪ ਫਿਲ ਕਰਕੇ ਸਟਰਕਚਰ ਬਣਾ ਲਓਗੇ ਸੈਂਟੈਂਸ ਬਣਾ ਲਓਗੇ ਗੱਲ ਬਣਦੀ ਪਈ ਹੈ ਤੁਸੀਂ ਕਹੋਗੇ ਹਾਂਜੀ ਬਿਲਕੁਲ ਇਸ ਦਾ ਮਤਲਬ ਸਾਨੂੰ ਸਾਰੀਆਂ ਚੀਜ਼ਾਂ ਸਰ ਕਰਾਓ ਸਰ ਇਸੇ ਚੀਜ਼ਾਂ ਨੂੰ ਹੀ ਪਾਰਟਸ ਆਫ ਸਪੀਚ ਬੋਲਦੇ ਨੇ ਮਤਲਬ ਇਹ ਮੇਰੀ ਸਪੀਚ ਦਾ ਸਟਰਕਚਰ ਹੈ ਤੇ ਇਸ ਸਟਰਕਚਰ ਦੇ ਵਿੱਚ ਜਿਹੜੇ ਪਾਰਟ ਰੱਖੇ ਜਾਣਗੇ ਉਹਨਾਂ ਨੂੰ ਹੀ ਤਾਂ ਪਾਰਟ ਆਫ ਸਪੀਚ ਬੋਲੂੰਗਾ ਮੈਂ ਇੰਨੀ ਗੱਲ ਸਮਝ ਆਈ ਸਾਰਿਆਂ ਨੂੰ ਅੱਛਾ ਜੇ ਇੰਨੀ ਗੱਲ ਸਮਝ ਆਈ ਤਾਂ ਹੁਣ ਦੇਖੋ ਆਪਣੇ ਕੋਲੇ ਪਾਰਟ ਆਫ ਸਪੀਚ ਆਪਣੀ ਹੈਲਪ ਕੀਤੀ अर्श ने अपनी हेल्प की राम ने की समझण दे विच पार्ट्स ऑफ स्पीच समझण दे विच चलो ठीक है बहुत हेल्प ले ली इन्हां दी हुण मैं ओह सारियां चीज़ां दिखाउण जा रहे हैं जिहड़ियां इस स्ट्रक्चर दे विच लिखियां जांदियां ने नंबर 2 ते उन्हां चीज़ां दा यूज़ करके भी दिखाऊंगा इन्नी गल समझ आई चलो ठीक है देख लैने अगे आपां फिर अगली स्लाइड ते देखिया पार्ट ऑफ स्पीच जो अगली स्लाइड ते देखिया हुण पार्ट ऑफ स्पीच किन्ने तरह दे मैं क्या सीगा मैं ये नहीं दस्सिया भी किन्ने तरह दे होणगे बस इन्नी गल कही सी भी सर एक हुंदा सब्जैक्ट एक हुंदी है वर्ब एक हुंदा ऑब्जेक्ट इस दे विच रखण वालियां सारियां चीज़ां जे मैं तुहानूं दे दियां तां ओह तुसीं अपने आप की बना लोगे एक स्ट्रक्चर या लाइन बना लोगे इंग्लिश दे विच ग्रामेटिकली बिल्कुल करैक्ट तां ओह चीज़ां इह रहियां बई अपने कोले पहली चीज़ की आई नाम जे नाम होएगा तां कहानी स्टार्ट होएगी ते जे नाम ही ना होएगा मैनू कहानी में स्टार्ट ही नहीं कर सकता देखो दुनिया ते हर एक चीज़ का नाम है दुनिया ते इस चीज़ का नाम की है तुसीं कहोगे जी मार्कर है वैसे डिजिटल पैन इसनूं बोलिया जाता है अच्छा तुसीं कहोगे सर इस चीज़ का नाम की है इस चीज़ का नाम है पैनल अच्छा मेरा खुद का नाम है तुहाडा अपना नाम है जिस कैमरे दे विच दी मैं पढ़ा रहे हैं इसका अपना नाम है सर इसका मतलब दुनिया ते हर एक चीज़ का नाम है जे दुनिया ते नाम ना हुंदे दुनिया किदां दी होनी सी दस सकदे हो सर जे मैं तुहानूं कहंदा भी यार ये ना मेरा इलैक्ट्रॉनिक पैन है खराब हो गया तुसीं लैके आओ जाके तुसीं की कहना सीगा इसका नाम नहीं पता तुहानूं मैं गया मैनूं भी नहीं पता सी नाम क्योंकि इसका नाम है ही नहीं मान के इदां चलो भी दुनिया ते नाम है नहीं मैं क्या यार ये चीज़ खराब हो गई जाओ लैके आओ तुसीं मार्केट च जाके की कहोगे नहीं यार ओ यार ओहो नहीं गल नहीं बनती पई इसका मतलब कि जो नाम है तो दुनिया है नाम है तो कहानी स्टार्ट होएगी इन्नी गल समझ आ रही है इसका मतलब की है पहला करैक्टर ही आपां की रखिया नाउन रखिया जे नाउन रखिया नाम ही अपने कोले पहला सब्जैक्ट दे विच आएगा जे सब्जैक्ट दे विच नाम आया इसका मतलब की है कोई भी नाम सोचो मैं कह रहा तुसीं कहा जी राम अपने कोले एक नाम बहुत अच्छा मैं क्या चलो ठीक है राम है अपने कोले कोई दिक्कत नहीं उस तो बाद मैं क्या इस नाम तो बाद अगली जिहड़ी चीज़ इत्थे लिखी हुई है तुसीं क्या जी प्रनाउन अच्छा हुण प्रनाउन की डेफिनेशन ना बड़ियां नूं पता होगी भी जिहड़ी चीज़ नाम की जगह ते लिखी जाती है ना उसनूं प्रनाउन बोलिया जाता है बड़े कहणगे हाँ जी बिल्कुल सही है ते हुण देखो तुसीं पहला नाम की सोचिया सी राम सर राम एक मुंडा है ते इसनूं मैं जिसनूं इस बंदे दा नाम नहीं पता मान लो अपना राम ना चोरी करके भज रहा सीगा ये अपना राम है इस दे हत्थ दे विच कोई बैग है ये गली दे विचों जा रहा सीगा चोरी करके इस राम नूं एक बंदा सीगा इस दे पिंड दा वो जानदा सीगा ते जिहड़ा नाल वाला बंदा सीगा वो इस नूं नहीं जानदा सी कहानी समझ आ रही है ये अपने कोले बंदा की है राम है ये बंदा इस नूं जानदा है ते आह जिहड़ा बंदा हैगा ये इस नूं नहीं जानदा ते हुण की है जदों ये चोरी करके भज रहा सीगा इधर नूं भज रहा सीगा ये बंदा कहंदा वो देखो राम जा रहा है वो चोरी करके जा रहा है राम इसनूं इसदा नाम पता सी इसने नाम लेता बट ये बंदे नूं इसदा नाम नहीं पता सी इसने क्या वो जा रहा है चोरी करके नाम नहीं लिया सिंपल की कह रहा है वो जा रहा है चोरी करके जदों अपने कोले नाम ना होवे बट फिर भी आपां चीज़ नूं बुला रहे हैं या चीज़ नूं डेडिकेट कर रहे हैं कोई चीज़ उसनूं आपां प्रनाउन बोलते हैं इसका मतलब राम जे इस बंदे ने नाम पता सी तां नाम यूज़ करेगा जिहड़े बंदे नूं इसका नाम नहीं पता सी वो की यूज़ करेगा ही की होएगा अपना प्रनाउन होएगा इन्नी गल समझ आ रही है प्रनाउन मतलब नाम की जगह ते आया बट आपां नूं एक्चुअली पता नहीं है उसका असली नाम की है इन्नी गल समझ आ रही है चलो अच्छा उस तो बाद जिहड़ी चीज़ है अपने कोले उस तो बाद अगला पार्ट ऑफ स्पीच आया वर्ब किहड़ा पार्ट ऑफ स्पीच आया अपने कोले वर्ब आया जदों अपने कोले इत्थे वर्ब आ गया वर्ब का मतलब हुंदा अपने कोले कोई भी ना किरिया बोलिया जाता है तो मैं पंजाबी च कहूँगा काम ते इंग्लिश बोलते हैं इसनूं एक्शन बोलिया जाता है किरिया बोलिया जाता है इसनूं मतलब कोई भी काम जिहड़ा करदे हैं मैं इस टाइम ते की काम कर रहा की वर्ब कर रहा मैं टीच कर रहा सर तुसीं की कर रहे हो लिसन कर रहे हो दुनिया ते जदों कोई भी काम किया जाता है ना उसनूं आपां वर्ब दे नाल डेडिकेट करते हैं मतलब वर्ब हुंदी है
इन्नी गल समझ आ रही है। चलो जे इन्नी गल समझ आई ना तो हुण बड़े ध्यान नाल समझिओ की समझिओ भी अपने कोले नाउन पढ़िया किसी चीज़ का नाम, उस तो बाद आपां नूं नाम नहीं पता बट आपां बुलाउणा है की बोलिया जाएगा प्रनाउन नाम की जगह ते आया होया वर्ड। उस तो बाद वर्ब की है, वर्ब है कोई एक्शन कोई काम नहीं। अच्छा इन्हां तिन्नां नूं मिला के पता की बोलिया जांदा है, इन्हां तिन्नां नूं मिला के बोलिया जांदा है जी अपने कोले बेसिक ग्रामर। किहड़ी ग्रामर बोलिया मैं? बेसिक ग्रामर। अच्छा बेसिक ग्रामर क्यों बोलिया जाता है? इसनूं बेसिक ग्रामर इस करके बोलिया जाता है क्योंकि इन्हां तिन्नां नूं समझना, इन्हां तिन्नां नूं पढ़ना बड़ा बेसिक ते बच्चों वाला काम हुंदा है जी। अच्छा किवें हुंदा है? अपने स्ट्रक्चर दे विच फिल करके मैं इस चीज़ नूं दसदा, एक बारी बड़े ध्यान नाल इत्थे देखियो ते इस चीज़ नूं समझिओ। ये चीज़ समझ आउण वाली है, इदां दी कोई चीज़ नहीं हैगी जिहड़ी समझ ना आऊगी। अच्छा हुण देखो ये स्टोरी सारा कुछ एक बारी भुल जाओ। मैं कहा भी तुसीं केरा नाम कोई भी नाम सोच लो, सर तुसीं कहोगे राम नालों वधिया नाम तो कोई हो ही नहीं सकता। मैं कहा चलो ठीक है, राम ही अपना फेमस बंदा हैगा। मैं बोलिया जी राम। उस तो बाद स्ट्रक्चर दे विच सर सबजैक्ट दे विच की लिख लिया आपां? एक नाउन, नाउन किहड़ा लिख लिया? राम लिख लिया। कोई दिक्कत नहीं, झंझट इत्थे नहीं हैगा, बिल्कुल सिंपल है। उस तो बाद है जी मैं बोलिया इस राम तो कोई काम करा दिओ, कोई इस तो वर्ब करा दिओ। इसका मतलब वर्ब का मतलब काम हुंदा है। इत्थे अपने कोले सबजैक्ट तो बाद वर्ब आ रखा है। मैं क्या कोई भी इस तो कोई काम करा दिओ, खुआ दिओ, पिया दिओ, मतलब खड़ा दिओ, सुआ दिओ, जो मर्जी। तो किसी ने कहा चलो सर ठीक है आपां राम नूं पिया दिंने हैं। मैं बोलिया ड्रिंक्स। की बोलिया? राम ड्रिंक्स। अच्छा राम कहंदा पींदा है। अच्छा हुण बड़े कहणगे भी पींदा है तो पींदा रहे, पर की पींदा एक्चुअली विच क्लीयर नहीं होया। चलो लिखते हैं आपां, सियाल है वैसे बीयर मैं लिख नहीं सकता, मैं इत्थे वाटर लिखांगा। राम ड्रिंक्स वाटर। अच्छा इत्थे वर्ड लिखिया राम ड्रिंक्स वाटर। हुण कहानी समझिओ की है सर, सबजैक्ट दे विच एक नाम आया, किहड़ा? नाउन। किहड़ा आया? राम। वर्ब कीती राम ने, मतलब इस नाउन ने कोई काम कीता, किहड़ा? पीन दा काम कीता सर, राम ने पीता, राम पींदा है। उस तो बाद सर की पीता गया? वो ऑब्जैक्ट दे विच आऊगा सर, की पीता गया अपने कोले? वाटर। इसका मतलब की है? कहानी बिल्कुल सेम है। जदों आह तीन चीज़ां किते यूज़ करते हैं ना आपां, वो हुंदी है बेसिक ग्रामर, वो आपां नूं समझ भी आउंदी हुंदी है, वो आपां नूं पढ़ी भी जांदी है सौखी, वो आपां लिख भी सकते हैं। इसका मतलब जे राम मान लो किसी एक बंदे नूं नाम नहीं पता सी इसदा, वो इहदी थां ते ही भी तां यूज़ कर सकदा है, ही ड्रिंक्स वाटर। इसका मतलब चाहे सबजैक्ट दे विच तुसीं नाउन यूज़ करो, चाहे सबजैक्ट दे विच प्रनाउन यूज़ करो, इसका मतलब रहूगा तां बेसिक ही ना। ये तीन चीज़ां रहणगियां तां बेसिक, चाहे नाउन चाहे प्रनाउन चाहे वर्ब। इन्नी गल समझ आई सारिਆਂ ਨੂੰ? मतलब इसे करके इसनूं बेसिक ग्रामर बोलिया गया। उस तो बाद सर फिर इस ग्रामर नूं की बोलिया जाएगा? जिहड़े आ पार्ट पए ने इन्हां दा मतलब की है? तुसीं कहोगे हाँ ये इंपॉर्टेंट है। एडजेक्टिव, एडवर्ब, प्रैपोजिशन, कंजंक्शन एंड इंटरजेक्शन नूं की बोलिया जाएगा? सर इन्हां नूं मॉडिफायर बोलदे ने। की बोलते हैं इन्हां नूं? मॉडिफायर। अच्छा इन्हां नूं मॉडिफायर क्यों बोलिया जाता है? वो चीज़ देख लेने हैं। मॉडिफायर क्योंकि ये चीज़ों नूं मॉडिफाई कर दिंदे ने सर, थोड़ियां जिहियां चीज़ां एडवांस कर दिंदे ने, थोड़ियां जिहियां चीज़ां मॉडिफाई कर दिंदे ने, इस करके इन्हां नूं मॉडिफायर बोलिया जाता है। जे अपने कोले बेसिक ग्रामर है तो मॉडिफायर यूज़ होणगे, ते जे बेसिक ग्रामर नहीं हैगी आपां मॉडिफायर यूज़ करके कोई फायदा ही नहीं होना, आपां यूज़ ही नहीं कर सकते। यह इसका फंडा हुंदा है, इसनूं बड़े ध्यान नाल समझिओ। अगे मैं जिहड़ी चीज़ आ तुहानूं लैके चलदा इस चीज़ वाल, समझ आऊगी चीज़। अच्छा हुण पहली चीज़ जिहड़ी कीती आपां ओह देख लैंदे हां, नाउन कीता है जी। की कीता आपां? नाउन। अच्छा नाउन दे विच आपां स्ट्रक्चर कीता कीमती एक सबजैक्ट प्लस वर्ब प्लस ऑब्जैक्ट। सबजैक्ट दे विच जिहड़ी चीज़ देखी आपां क्या इहदे विच की आएगा? नाउन। कहानी इस तो स्टार्ट हुंदी है, दुनिया इस तो चलदी है। अच्छा जे नाउन आया, नाउन ने काम कीता ते काम दा असर किस ते पिया? ऑब्जैक्ट दे विच। ऑब्जैक्ट दा भी की होएगा? अपना नाम जिस ते असर होएगा उस चीज़ दा भी तां नाम होएगा। इन्नी चीज़ समझ आई सारिਆਂ ਨੂੰ? हाँ जी बिल्कुल समझ आ गई। पिछली एग्जाम्पल दे नाल ही चलदा मैं लिखिया राम ईट्स एन एप्पल। इन्नी गल समझ आई सारिਆਂ ਨੂੰ? राम ईट्स एन एप्पल। सर राम एक नाम है जिहड़ा काम कर रहा है किस दा? खाण दा, ते खादा की गया? एप्पल। एप्पल भी किसी चीज़ का नाम है। यह अपने कोले नाउन का फंड है, कोई डाउट तो नहीं गा। यही चीज़ आप यूज़ करते हैं नाउन सबजैक्ट प्लस वर्ब प्लस सबजैक्ट दे विच, मतलब सबजैक्ट दे विच भी नाउन, ऑब्जैक्ट दे विच भी की यूज़ करते हैं? नाउन यूज़ करते हैं। बेसिक फंड है, बेसिक नाम है, बेसिक चीज़ है जी फस्ट ऑफ ऑल ही आती है अपने को किस तो? सारिया चीज़ों को। उस बाद है अगली चीज़ है अपने को देख लेने हैं
ਅਗਲੀ ਚੀਜ਼ ਕੀ ਆਈ ਮੇਰੇ ਕੋਲੇ ਸਰ, ਪ੍ਰੋਨਾਉਨ ਆਈ। ਬੇਸਿਕ ਫੰਡੇ ਦੇ ਵਿੱਚ ਫਿਲ ਕਰਕੇ ਦੱਸਦਾ, ਸਬਜੈਕਟ ਪਲੱਸ ਵਰਬ ਪਲੱਸ ਸਬਜੈਕਟ ਪ੍ਰੋਨਾਉਨ। ਅੱਛਾ ਮੇਰੇ ਕੋਲੇ ਰਾਮ, ਮੈਨੂੰ ਪਤਾ ਹੀ ਨਹੀਂ ਸੀਗਾ ਉਹ ਬੰਦਾ ਕੌਣ ਹੈ। ਮੈਂ ਕੀ ਬੋਲਿਆ, ਮੈਂ ਬੋਲਿਆ ਹੀ, ਉਸ ਤੋਂ ਬਾਅਦ ਵਰਡ ਕੀ ਬੋਲਿਆ, ਈਟਸ, ਉਸ ਤੋਂ ਬਾਅਦ ਕੀ ਬੋਲਿਆ, ਐਨ ਐਪਲ। ਅੱਛਾ ਹੁਣ ਦੇਖੋ ਧਿਆਨ ਨਾਲ, ਹੀ ਮੇਰੇ ਕੋਲੇ ਨਾਮ ਦੀ ਜਗ੍ਹਾ ਤੇ ਇੱਥੇ ਸਬਜੈਕਟ ਦੇ ਵਿੱਚ ਕੀ ਆ ਗਿਆ, ਪ੍ਰੋਨਾਉਨ ਆ ਗਿਆ। ਸਰ ਪ੍ਰੋਨਾਉਨ, ਇਹ ਸਬਜੈਕਟ ਕੰਮ ਕੀ ਕਰ ਰਿਹਾ, ਖਾਣ ਦਾ, ਤੇ ਖਾਦਾ ਕੀ ਗਿਆ, ਆਬਜੈਕਟ ਖਾਦਾ ਗਿਆ। ਇਸ ਦਾ ਮਤਲਬ ਸਰ ਹੀ ਨੇ ਖਾਦਾ, ਕੀ ਖਾਦਾ, ਐਪਲ ਖਾਦਾ। ਮਤਲਬ ਸੇਮ ਹੈ, ਨਾउन ਦੀ ਜਗ੍ਹਾ ਤੇ ਪ੍ਰੋਨਾउन ਆ ਗਿਆ। ਫੰਡਾ ਆਪਣਾ ਉਹੀ ਹੈ, ਸਟਰਕਚਰ ਆਪਣਾ ਉਹੀ ਹੈ। ਇੰਨੀ ਗੱਲ ਸਮਝ ਆ ਰਹੀ ਹੈ? ਚਲੋ ਠੀਕ ਹੈ ਜੀ, ਇੰਨੀ ਗੱਲ ਸਮਝ ਆਈ। ਉਸ ਤੋਂ ਬਾਅਦ ਅਗਲੀ ਚੀਜ਼ ਹੈ ਮੇਰੇ ਕੋਲੇ ਵਰਬ। ਹੁਣ ਜਿਹੜੀ ਮੇਨ ਚੀਜ਼ ਪੜਾਂਗੇ ਉਹ ਪੜਾਂਗੇ ਆਪਾਂ ਵਰਬ। ਹੁਣ ਦੇਖੋ ਧਿਆਨ ਨਾਲ, ਇਹੀ ਮੇਨ ਚੀਜ਼ ਹੈ। ਚਾਹੇ ਲੱਖ ਨਾउन ਲੈ ਲਓ, ਰੱਖ ਲਓ ਕੋਲੇ, ਚਾਹੇ ਪ੍ਰੋਨਾउन ਰੱਖ ਲਓ, ਬਟ ਜਿੰਨਾ ਚਿਰ ਉਹ ਕੰਮ ਨਹੀਂ ਕਰੇਗਾ ਸਟਰਕਚਰ ਨਹੀਂ ਬਣੇਗਾ। ਇਸ ਦਾ ਮਤਲਬ ਕੀ ਹੈ, ਆਪਣੇ ਕੋਲੇ ਗੱਲ ਬਿਲਕੁਲ ਸੇਮ ਹੈ। ਇਹ ਨਾਮ ਨੇ ਇਹ ਕੰਮ ਕਰਨਾ ਹੀ ਕਰਨਾ ਹੈ, ਤੇ ਇਸ ਦਾ ਅਸਰ ਇਸ ਸਬਜੈਕਟ ਤੇ ਪੈਣਾ ਹੀ ਪੈਣਾ। ਉਸੇ ਚੀਜ਼ ਦੇ ਵਿੱਚ ਕੰਪਲੀਟ ਸਟਰਕਚਰ ਹੋਏਗਾ। ਇੰਨੀ ਗੱਲ ਸਮਝ ਆ ਰਹੀ ਹੈ? ਇਹੀ ਚੀਜ਼ ਨੂੰ ਤਾਂ ਬੋਲਦੇ ਹਾਂ ਆਪਾਂ ਵਰਬ ਐਕਸ਼ਨ ਜਾਂ ਕੰਮ ਬੋਲਦੇ ਹਾਂ। ਸੇਮ ਫੰਡਾ ਲੈ ਰਹੇ ਹਾਂ। ਇੱਥੇ ਲਿਖਿਆ ਮੈਂ ਰਾਮ ਈਟਸ ਐਨ ਐਪਲ। ਅੱਛਾ ਦੇਖੋ ਧਿਆਨ ਦੇ ਨਾਲ, ਜੇ ਮੈਂ ਇਹ ਈਟਸ ਜਿਹੜਾ ਵਰਡ ਹੈ ਆਪਣੇ ਕੋਲੇ, ਕਿਹੜਾ ਵਰਡ ਹੈ, ਈਟਸ ਵਰਡ ਹੈ ਆਪਣੇ ਕੋਲੇ, ਈਟਸ ਵਰਡ ਲਿਖਿਆ ਹੀ ਨਾ ਮੈਂ ਸਿੰਪਲ ਲਿਖਿਆ ਰਾਮ ਐਨ ਐਪਲ, ਕਹਾਣੀ ਬਣੀ। ਤੁਸੀਂ ਕਹੋਗੇ ਸਰ ਰਾਮ ਐਨ ਐਪਲ, ਨਹੀਂ ਇਹ ਤਾਂ ਨਹੀਂ ਰਿਹਾ ਕੁਛ। ਜਿੰਨਾ ਚਿਰ ਈਟਸ ਨਹੀਂ ਆਊਗਾ ਉਹਨਾਂ ਚਿਰ ਆਪਾਂ ਇਹ ਚੀਜ਼ ਨੂੰ ਕੰਪਲੀਟ ਨਹੀਂ ਮੰਨਾਂਗੇ। ਇਸ ਦਾ ਮਤਲਬ ਕੀ ਹੈ, ਈਟਸ ਆਪਣੇ ਕੋਲੇ ਵਰਬ ਹੈ। ਇੰਨੀ ਗੱਲ ਸਮਝੇ, ਈਟਸ ਆਪਣੇ ਕੋਲੇ ਵਰਬ ਹੈ। ਤੇ ਜੇ ਇਹੀ ਤਾਂ ਚੀਜ਼ ਹੈ ਜਿਹੜੀ ਮੇਨ ਹੈ, ਜਿਹੜਾ ਰਾਮ ਕਰ ਰਿਹਾ ਹੈ, ਤੇ ਇਸੇ ਚੀਜ਼ ਦਾ ਅਸਰ ਤਾਂ ਐਪਲ ਤੇ ਹੋ ਰਿਹਾ। ਜੇ ਇਹੀ ਚੀਜ਼ ਹੈ ਨਹੀਂ ਆਪਣੇ ਕੋਲੇ, ਰਾਮ ਐਨ ਐਪਲ, ਕੋਈ ਗੱਲ ਹੀ ਨਹੀਂ ਮੰਨ ਰਹੀ ਦੁਨੀਆ ਤੇ। ਲੱਖ ਰੌਲਾ ਪਾਈ ਆਇਓ ਕਿਸੇ ਦੇ ਸਾਹਮਣੇ, ਰਾਮ ਐਪਲ ਰਾਮ ਐਪਲ ਰਾਮ ਐਪਲ ਐਪਲ ਰਾਮ ਐਪਲ ਰਾਮ, ਕਹੂਗਾ ਕੀ ਕਹਿ ਰਹੇ ਹੈ। ਹੋ ਸਕਦਾ ਤੁਹਾਡੇ ਥੱਪੜ ਹੀ ਮਾਰੇ ਅਗਲਾ। ਕਲੀਅਰ ਤਾਂ ਕਰਦੇ ਗੱਲ। ਇਸ ਦਾ ਮਤਲਬ ਕੀ ਹੈ, ਕਲੈਰਿਟੀ ਲਈ ਆਪਾਂ ਨੂੰ ਇਹ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਹੈ। ਕਿਹੜੀਆਂ ਕਿਹੜੀਆਂ? ਪਹਿਲਾ ਸਬਜੈਕਟ, ਵਰਬ, ਆਬਜੈਕਟ। ਇੰਨੀ ਗੱਲ ਸਮਝ ਆਈ ਸਾਰਿਆਂ ਨੂੰ? ਚਲੋ ਠੀਕ ਹੈ। ਅੱਛਾ ਜੀ ਇੰਨੀ ਗੱਲ ਸਮਝ ਆ ਗਈ ਨਾ, ਇਸੇ ਕਰਕੇ ਆਪਾਂ ਇਸ ਨੂੰ ਕੀ ਕਹਿ ਕੇ ਆਏ ਹਾਂ, ਲਾਸਟ ਸਲਾਈਡ ਚੱਲਦੇ ਆ। ਇਸੇ ਕਰਕੇ ਆਪਾਂ ਇਸ ਨੂੰ ਕੀ ਕਹਿ ਕੇ ਆਏ ਹਾਂ, ਬੇਸਿਕ ਗ੍ਰਾਮਰ। ਵੀ ਇਹਨਾਂ ਬਿਨਾਂ ਤਾਂ ਸਰਦਾ ਹੀ ਨਹੀਂ ਭਾਈ। ਇਹਨਾਂ ਦੇ ਵਿੱਚੋਂ ਜੇ ਨਾਮ ਨੂੰ ਮੈਂ ਨਾ ਲਿਖਿਆ ਸਿੰਪਲ, ਇੱਥੇ ਮੈਂ ਇੱਥੇ ਮਿਟਾ ਦਿੰਦਾ ਕਿਸ ਨੂੰ, ਮੈਂ ਰਾਮ ਨੂੰ ਮਿਟਾਤਾ, ਮੈਂ ਸਿੰਪਲ ਲਿਖਿਆ ਡਰਿੰਕਸ ਵਾਟਰ। ਕੌਣ ਡਰਿੰਕ ਕਰਦਾ, ਕੁਝ ਪਤਾ ਲੱਗਿਆ? ਤੁਸੀਂ ਕਹੋਗੇ ਨਹੀਂ ਪਤਾ ਲੱਗਿਆ। ਇਸ ਦਾ ਮਤਲਬ ਇਹਦੀ ਤਾਂ ਜ਼ਰੂਰਤ ਹੈ ਸਭ ਤੋਂ ਪਹਿਲਾਂ। ਚਲੋ ਠੀਕ ਹੈ, ਇੱਥੇ ਮੈਂ ਕੀ ਲਿਖਤਾ, ਇੱਥੇ ਮੈਂ ਸਿੰਪਲ ਲਿਖਤਾ ਰਾਮ। ਠੀਕ ਹੈ, ਮੈਂ ਕਿਹਾ ਯਾਰ ਚਲੋ ਛੱਡੋ ਪਰਾਂ, ਆਪਾਂ ਵਾਟਰਸ ਨੂੰ ਮਿਟਾ ਦਿੰਦੇ ਆ। ਰਾਮ ਡਰਿੰਕਸ, ਰਾਮ ਪੀਂਦਾ ਹੈ। ਕੀ ਪੀਂਦਾ ਹੈ ਕਲੀਅਰ ਤਾਂ ਕਰ। ਹੋ ਸਕਦਾ ਰਾਮ ਦਾ ਵਿਆਹ ਹੋਣ ਵਾਲਾ ਹੋਵੇ ਤੇ ਤੁਸੀਂ ਬੋਲਦੇ ਹੋ ਰਾਮ ਪੀਂਦਾ ਹੈ, ਲੋ ਸਾਰਾ ਬੇੜਾ ਗਰਕ ਕਰ ਦਿਓਗੇ ਰਾਮ ਦਾ। ਇਸ ਦਾ ਮਤਲਬ ਕਿ ਕਲੈਰਿਟੀ ਜ਼ਰੂਰੀ ਹੈ। ਇਸ ਦਾ ਮਤਲਬ ਇਹ ਤਿੰਨ ਚੀਜ਼ਾਂ ਕੀ ਹੈ, ਬੜੀਆਂ ਜ਼ਰੂਰੀ ਹੈ ਆਪਣੇ ਕੋਲੇ। ਇੰਨੀ ਗੱਲ ਸਮਝ ਆ ਰਹੀ ਹੈ? ਇਸੇ ਚੀਜ਼ ਕਰਕੇ ਇਸ ਨੂੰ ਬੇਸਿਕ ਗ੍ਰਾਮਰ ਕਿਹਾ ਗਿਆ। ਅੱਛਾ ਹੁਣ ਚੱਲਦੇ ਹਾਂ ਮੋਡੀਫਾਇਰ ਕਰਨੀ। ਮੋਡੀਫਾਇਰ ਦੇ ਵਿੱਚ ਦੇਖ ਲੈਂਦੇ ਆਪਾਂ ਕੀ, ਨਾउन ਪੜਿਆ, ਵਰਬ ਪੜਿਆ। ਮੋਡੀਫਾਇਰ ਦਾ ਜਿਹੜਾ ਪਹਿਲਾ ਟੌਪਿਕ ਹੈ ਆਪਣੇ ਕੋਲੇ, ਇਹ ਹੈ ਐਡਜੈਕਟਿਵ। ਮੋਡੀਫਾਇਰ ਦਾ ਜਿਹੜਾ ਪਹਿਲਾ ਟੌਪਿਕ ਆਇਆ ਐਡਜੈਕਟਿਵ। ਸਰ ਇਹ ਮੋਡੀਫਾਇਰ ਕੀ ਕੰਮ ਕਰਦੇ ਨੇ? ਪਹਿਲਾਂ ਸਰ ਮੋਡੀਫਾਇਰ ਦਾ ਕੰਮ ਹੁੰਦਾ ਕੁਆਲਿਟੀ ਦੇਣਾ ਕਿਸੇ ਚੀਜ਼ ਨੂੰ। ਹੁਣ ਸਰ ਕੁਆਲਿਟੀ ਦੀ ਕੀ ਹੁੰਦੀ ਹੈ? ਕੁਆਲਿਟੀ ਹੁੰਦੀ ਹੈ ਵਿਸ਼ੇਸ਼ਤਾ। ਸਰ ਬੇਸਿਕ ਵੱਲ ਚੱਲਦੇ ਹਾਂ, ਵਿਸ਼ੇਸ਼ਤਾ ਕੀ ਹੁੰਦੀ ਹੈ ਉਹ ਦੱਸ ਦਿਓ। ਸਰ ਵਿਸ਼ੇਸ਼ਤਾ ਪਤਾ ਕੀ ਹੁੰਦੀ ਹੈ? ਕਿਸੇ ਚੀਜ਼ ਨੂੰ ਵਿਸ਼ੇਸ਼ ਕਰਨਾ। ਮੰਨ ਲਓ ਝੁੰਡ ਦੇ ਵਿੱਚੋਂ ਕੋਈ ਚੀਜ਼ਾਂ ਆਪਾਂ ਵਿਸ਼ੇਸ਼ ਕਰਦੇ ਹਾਂ ਨਾ। ਸਿੰਪਲ ਗੱਲ, ਮੰਨ ਲਓ ਮੇਰੇ ਦੋਸਤ ਨੇ ਕੋਈ ਗੱਡੀ ਲਈ ਹੈ ਨਾ, ਇਹ ਮੇਰਾ ਦੋਸਤ ਸੀਗਾ, ਇਹ ਮੈਂ ਸੀਗਾ, ਨਾਲ ਖੜਾ ਉਸਦੇ, ਸਰਕਲ ਕਰ ਦੇਣਾ ਆਪਦੇ ਆਪ ਨੂੰ। ਤੇ ਪਾਰਕਿੰਗ ਦੇ ਵਿੱਚ ਨਾ ਉਸਨੇ 5 ਗੱਡੀਆਂ 10 ਗੱਡੀਆਂ ਦੀ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਖੜਾਈ ਹੋਈ ਸੀਗੀ। ਅੱਛਾ ਜਦੋਂ ਆਪਣੀ ਗੱਡੀ ਖੜਾਈ ਹੋਈ ਸੀਗੀ ਉਸਨੇ, ਤੇ ਉਸਨੂੰ ਕਿਹਾ ਮੈਂ ਵੀ ਯਾਰ ਤੇਰੇ ਵਾਲੀ ਗੱਡੀ ਕਿਹੜੀ ਹੈ, ਤੂੰ ਦੱਸ ਜਿਹੜੀ ਨਵੀਂ ਲਈ ਹੈ। ਕਹਿੰਦਾ ਆਪਣੀ ਵਾਲੀ ਗੱਡੀ, ਇਹ ਸਾਰੀਆਂ ਗੱਡੀਆਂ ਨਵੀਆਂ ਸੀਗੀਆਂ। ਤੇ ਮੈਂ ਕਹਿੰਦਾ ਆਪਣੀ ਵਾਲੀ ਜਿਹੜੀ ਗੱਡੀ ਹੈ ਨਾ, ਉਹ ਬਈ ਸੈਂਟਰ 'ਚ ਖੜੀ ਹੈ ਪਹਿਲੀ ਲਾਈਨ ਦੇ, ਤੇ ਬਲੈਕ ਕਲਰ ਦੀ ਜਿਹੜੀ ਗੱਡੀ ਹੈ ਨਾ ਉਹ ਆਪਣੀ ਹੈ। ਮੰਨ ਲਓ ਬਾਕੀ ਸਾਰੀਆਂ ਵਾਈਟ ਸੀਗੀਆਂ, ਇਹ ਗੱਡੀ ਇਕੱਲੀ ਬਲੈਕ ਸੀਗੀ। ਕਹਿੰਦਾ ਉਹ ਸੈਂਟਰ ਵਾਲੀ ਜਿਹੜੀ ਬਲੈਕ ਗੱਡੀ ਨਹੀਂ ਹੈਗੀ ਉਹ ਆਪਣੀ ਹੈ। ਹੁਣ ਦੇਖੋ ਧਿਆਨ ਨਾਲ, ਇਸ ਬੰਦੇ ਨੇ ਕੀ ਕੀਤਾ? ਇਸ ਬੰਦੇ ਨੇ 10 ਗੱਡੀਆਂ ਦੇ ਵਿੱਚੋਂ ਆਪਣੀ ਗੱਡੀ ਨੂੰ ਵਿਸ਼ੇਸ਼ ਕੀਤਾ। ਕੀ ਦੱਸ ਕੇ? ਉਸਦੀ ਵਿਸ਼ੇਸ਼ਤਾ ਦੱਸ ਕੇ, ਉਸਦੀ ਕੁਆਲਿਟੀ ਦੱਸ ਕੇ ਵੀ ਮੇਰੀ ਗੱਡੀ ਕੀ ਹੈ ਬਈ, ਬਲੈਕ ਹੈ। ਇੰਨੀ ਗੱਲ ਸਮਝ ਆ ਰਹੀ ਹੈ? ਐਡਜੈਕਟਿਵ ਇਹੀ ਤਾਂ ਚੀਜ਼ ਹੈ, ਮੋਡੀਫਾਈ ਕਰ ਦਿੰਦੇ ਨੇ ਚੀਜ਼ ਨੂੰ। ਹੁਣ ਦੇਖੋ ਤੁਸੀਂ ਕਹੋਗੇ ਸਰ ਇਹਦੇ ਵਿੱਚ ਕਾਰ ਥੋੜੀ ਮੋਡੀਫਾਈ ਕੀਤੀ ਹੈ। ਮੈਂ ਕਹੂੰਗਾ ਕਾਰ ਦੀ ਮੋਡੀਫਿਕੇਸ਼ਨ ਹੁੰਦੀ ਹੈ, ਆਪਾਂ ਟਾਇਰ ਚੜਾ ਦਿੰਦੇ ਹਾਂ, ਉਹ ਕਰ ਦਿੰਦੇ ਹਾਂ ਨਾ, ਉਹ ਨਹੀਂ। ਮੋਡੀਫਿਕੇਸ਼ਨ ਦਾ ਹੁੰਦਾ ਕੁਆਲਿਟੀ ਦੱਸਣੀ। ਕੁਆਲਿਟੀ ਦਾ ਮਤਲਬ ਕੀ ਹੁੰਦਾ? ਵਿਸ਼ੇਸ਼ ਕਰਨਾ। ਵਿਸ਼ੇਸ਼ ਮਤਲਬ ਬਹੁਤ ਸਾਰੀਆਂ ਚੀਜ਼ਾਂ, ਉਹਨਾਂ ਦੇ ਵਿੱਚੋਂ ਇੱਕ ਚੀਜ਼ ਨੂੰ ਅਲੱਗ ਦਿਖਾ ਰਹੇ ਹਾਂ ਆਪਾਂ, ਇਸ ਚੀਜ਼ ਨੂੰ ਮੋਡੀਫਾਈ ਕਰਨਾ ਬੋਲਦੇ। ਇੰਨੀ ਗੱਲ ਸਮਝ ਆ ਰਹੀ ਹੈ? ਅੱਛਾ ਜੀ ਇੰਨੀ ਗੱਲ ਸਮਝ ਆਈ? ਬੇਸਿਕ, ਬਿਲਕੁਲ ਬੇਸਿਕ ਐਗਜ਼ਾਮਪਲ ਸਮਝੋ। ਇਸ ਦੀ ਬੇਸਿਕ ਐਗਜ਼ਾਮਪਲ ਕੀ ਹੈ? ਮੰਨ ਲਓ ਆਪਣਾ VBA ਦਾ ਸਟਾਫ
ਆਲਮੋਸਟ ਸਾਰੇ ਜਾਣਦੇ ਨੇ ਸਟਾਫ ਨੂੰ ਨਾ, ਵਿਪਨ ਸਰ ਨੇ, ਨੰਦਨ ਸਰ ਨੇ, ਚੰਦਨ ਸਰ ਨੇ, ਮੈਂ ਹੈਗਾ ਹੈ ਨਾ, ਸਾਰੇ ਜਾਣਦੇ ਆ। ਮੰਨ ਲਓ ਆਪਣੇ ਪਾਰਕ ਦੇ ਵਿੱਚ ਸਾਰੇ ਦੇ ਸਾਰੇ ਸਟਾਫ ਮੈਂਬਰ ਬੈਠੇ ਨੇ, ਸਟਾਫ ਮੰਨ ਲਓ ਬੈਠੇ ਨੇ ਨਾ, ਤੁਸੀਂ ਦੋਸਤ ਦੇ ਨਾਲ ਜਾ ਰਹੇ ਸੀ ਕਿਤੇ, ਜਦੋਂ ਦੋਸਤ ਦੇ ਨਾਲ ਗਏ ਤੁਸੀਂ ਬਾਹਰ ਹੀ ਅੰਦਰ ਹੈ ਨਾ ਕਿਤੇ, ਤੇ ਤੁਸੀਂ ਦੱਸਣਾ ਯਾਰ ਉਹ ਆਪਣਾ ਨਾ ਸਟਾਫ ਹੈ, ਉਹ ਬੰਦਾ ਨਾ ਜਿਹੜਾ ਆਪਣਾ ਮੈਥ ਕਰਾਉਂਦਾ ਹੈ, ਤੁਸੀਂ ਇਹ ਦੱਸਣਾ। ਹੁਣ ਜਿਹੜਾ ਉਹ ਨਹੀਂ, ਉਹ ਵਿਪਨ ਸਰ ਉਹ ਸਾਨੂੰ ਮੈਥ ਕਰਾਉਂਦੇ, ਹੁਣ ਉਹ ਬੰਦਾ ਸਟਾਫ ਨੂੰ ਨਹੀਂ ਜਾਣਦਾ, ਤੁਸੀਂ ਜਾਣਦੇ ਮੰਨ ਲਓ ਵਿਪਨ ਸਰ ਨੂੰ, ਤੇ ਉਹ ਸਟਾਫ ਨੂੰ ਨਹੀਂ ਜਾਣਦਾ, ਉਹ ਯਾਰ ਇੰਨੇ ਬੈਠੇ ਆ, ਮੈਨੂੰ ਦੱਸ ਸਕਦੇ ਕਿਹੜਾ ਬੰਦਾ। ਫਿਰ ਕੀ ਕਹੋਗੇ, ਜਿੰਨੇ ਵੀ ਬੰਦੇ ਹੈ ਉਹਨਾਂ ਦੇ ਵਿੱਚੋਂ ਵਿਪਨ ਸਰ ਨੂੰ ਅਲੱਗ ਕਰੋਗੇ, ਮੋਡੀ ਕੁਆਲਿਟੀ ਦੋਗੇ ਇਹਨਾਂ ਨੂੰ। ਕਿਵੇਂ ਦੋਗੇ, ਉਹ ਨਹੀਂ ਲੰਮਾ ਜਿਹਾ ਜਿਹੜਾ ਜਿਹਦੇ ਚਸ਼ਮਾ ਲੱਗਿਆ ਹੋਇਆ, ਉਹ ਬੰਦਾ ਕੀ ਕਰਾਉਂਦਾ, ਉਹ ਮੈਥ ਕਰਾਉਂਦਾ। ਚਲੋ ਠੀਕ ਹੈ, ਉਹਨੂੰ ਸਮਝ ਆਇਆ। ਉਸ ਤੋਂ ਬਾਅਦ ਚਲੋ ਜੀ ਵਾਰੀ ਆ ਗਈ ਮੇਰੀ, ਉਹ ਨਹੀਂ, ਉਹ ਸਾਨੂੰ ਅੰਗਰੇਜ਼ੀ ਕਰਾਉਂਦਾ। ਅੱਛਾ ਹੁਣ ਕਹੂਗਾ ਕਿਹੜਾ ਬੰਦਾ ਦੱਸ, ਉਹ ਨਹੀਂ ਜਿਹੜਾ ਛੋਟਾ ਜਿਹਾ ਮੋਟਾ ਜਿਹਾ, ਉਹ ਕੀ ਕਰਾਉਂਦਾ, ਉਹ ਅੰਗਰੇਜ਼ੀ ਕਰਾਉਂਦਾ। ਇਸਦਾ ਮਤਲਬ ਕੀ ਹੈ, ਜਸਟ ਕੁਆਲਿਟੀ ਦੇ ਰਹੇ ਹੈ, ਅਲੱਗ ਕਰ ਰਹੇ ਹੈ, ਵਿਸ਼ੇਸ਼ ਕਰ ਰਹੇ ਹੈ। ਇਸ ਚੀਜ਼ ਨੂੰ ਬੋਲਦੇ ਨੇ ਮੋਡੀਫਾਇਰ ਐਡਜੈਕਟਿਵ। ਇੰਨੀ ਗੱਲ ਸਮਝ ਆ ਰਹੀ ਹੈ? ਚਲੋ ਠੀਕ ਹੈ, ਜੇ ਇੰਨੀ ਗੱਲ ਸਮਝ ਆਈ ਤੇ ਹੁਣ ਐਡਜੈਕਟਿਵ ਨੂੰ ਨਾ ਇਸ ਦਾ ਯੂਜ਼ ਦੇਖੋ ਕਿੱਦਾਂ ਇੰਗਲਿਸ਼ ਦੇ ਵਿੱਚ ਸਮਝ ਆ ਗਿਆ ਐਡਜੈਕਟਿਵ ਕੀ, ਹੁਣ ਇਸ ਦਾ ਯੂਜ਼ ਦੇਖਦੇ ਆਪਾਂ। ਅੱਛਾ ਯੂਜ਼ ਦੇ ਵਿੱਚ ਆਪਾਂ ਦੇਖਦੇ ਹਾਂ ਕਿੱਦਾਂ ਹੁੰਦਾ ਇਸ ਦਾ ਯੂਜ਼। ਮੋਡੀਫਾਇਰ ਜਾਂ ਕੁਆਲਿਟੀ ਦੇ ਰਹੇ ਹਾਂ ਨਾ ਆਪਾਂ, ਉਹ ਕਿਸੇ ਨਾਉਨ ਦੀ ਦੇਣੀ ਹੈ। ਆਪਾਂ ਦੱਸਦੇ ਹਾਂ ਕਿਵੇਂ, ਮੈਂ ਬੋਲਦਾ ਸਿੰਪਲ, ਦੇਖੋ ਉਹੀ ਸੈਂਟੈਂਸ ਲੈਣੇ ਆ। ਮੈਂ ਬੋਲਿਆ ਰਾਮ ਈਟਸ ਐਨ ਐਪਲ, ਠੀਕ ਹੈ ਜੀ, ਸਾਨੂੰ ਇੰਨਾ ਚੀਜ਼ ਪਤਾ ਲੱਗ ਗਿਆ। ਰਾਮ ਈਟਸ ਐਨ ਐਪਲ ਬੇਸਿਕ ਹੈ, ਬਿਲਕੁਲ ਬੇਸਿਕ ਗ੍ਰਾਮਰ ਦਾ। ਨਾ ਤਾਂ ਰਾਮ ਬਿਨਾਂ ਸਰਦਾ ਹੈ, ਨਾ ਈਟਸ ਬਿਨਾਂ ਸਰਦਾ ਹੈ, ਨਾ ਐਪਲ ਬਿਨਾਂ ਸਰਦਾ ਹੈ। ਇਹੀ ਗੱਲ ਹੈ, ਹਾਂ ਬਿਲਕੁਲ ਇਹੀ ਗੱਲ ਹੈ। ਜੇ ਆਪਾਂ ਐਪਲ ਨਹੀਂ ਲਿਖਦੇ, ਰਾਮ ਖਾਂਦਾ ਹੈ, ਕੀ ਖਾਂਦਾ ਹੈ ਨਹੀਂ ਪਤਾ ਲੱਗਿਆ। ਅੱਛਾ ਜੇ ਰਾਮ ਈਟਸ ਲਿਖ ਦਿੰਦੇ ਆ, ਰਾਮ ਐਨ ਐਪਲ ਲਿਖ ਦਿੰਦੇ ਆ, ਫਿਰ ਐ ਨਹੀਂ ਪਤਾ ਲੱਗਦਾ ਰਾਮ ਤੇ ਐਪਲ ਦਾ ਰਿਲੇਸ਼ਨ ਕੀ ਹੈ। ਤੇ ਜੇ ਆਪਾਂ ਕੱਲਾ ਈਟਸ ਐਨ ਐਪਲ ਲਿਖ ਦਿੰਦੇ ਆ, ਫਿਰ ਐ ਨਹੀਂ ਪਤਾ ਕੌਣ ਖਾਂਦਾ ਹੈ। ਇਸ ਦਾ ਮਤਲਬ ਇਹ ਤਾਂ ਬੇਸਿਕ ਹੈ, ਇਹਨਾਂ ਬਿਨਾਂ ਤਾਂ ਸਰਦਾ ਹੀ ਨਹੀਂਗਾ, ਇਹ ਤਾਂ ਆਪਾਂ ਨੂੰ ਯੂਜ਼ ਕਰਨੇ ਪੈਣਗੇ। ਅੱਛਾ ਉਸ ਤੋਂ ਬਾਅਦ ਇਹ ਜਦੋਂ ਲਿਖ ਲਏ ਆਪਾਂ, ਇਹ ਬਣ ਗਈ ਜੀ ਬੇਸਿਕ ਗੱਲ। ਹੁਣ ਇਹਦੇ ਵਿੱਚ ਨਾ ਐਡ ਕਰਦੇ ਆ, ਐਡਜੈਕਟਿਵ ਐਡ ਕਰਦੇ ਆ, ਮੋਡੀਫਾਈ ਕਰਦੇ ਆ। ਹੁਣ ਮੈਂ ਤੁਹਾਨੂੰ ਕੀ ਕਿਹਾ ਸੀਗਾ, ਪਹਿਲਾਂ ਆਪਾਂ ਮੋਡੀਫਾਈ ਕਿਸ ਨੂੰ ਕੀਤਾ ਸੀਗਾ, ਪਹਿਲਾਂ 10 ਗੱਡੀਆਂ ਖੜੀਆਂ ਸੀ, ਇੱਕ ਕਾਰ ਨੂੰ ਮੋਡੀਫਾਈ ਕੀਤਾ ਸੀਗਾ। ਕਾਰ ਕਿਸੇ ਚੀਜ਼ ਦਾ ਨਾਮ ਸੀਗਾ ਸਰ, ਇਸ ਦਾ ਮਤਲਬ ਜੇ ਉਹ ਚੀਜ਼ ਦਾ ਨਾਮ ਸੀਗਾ ਤਾਂ ਆਪਾਂ ਨਾਮ ਨੂੰ ਮੋਡੀਫਾਈ ਕੀਤਾ ਸੀਗਾ। ਤੇ ਸਰ ਉਸ ਤੋਂ ਬਾਅਦ ਵਿਪਨ ਸਰ ਨੂੰ ਮੋਡੀਫਾਈ ਕੀਤਾ, ਵਿਪਨ ਸਰ ਕਿਸੇ ਪਰਸਨ ਦਾ ਨਾਮ ਹੈ। ਮੈਨੂੰ ਮੋਡੀਫਾਈ ਕੀਤਾ, ਰਮਨ ਹੈ ਮੇਰਾ ਨਾਮ, ਇਸ ਦਾ ਮਤਲਬ ਮੈਨੂੰ ਮੋਡੀਫਾਈ ਕੀਤਾ। ਕਹਿਣ ਦਾ ਮਤਲਬ ਗੱਲ ਕੀ ਹੋ ਰਹੀ ਹੈ, ਐਡਜੈਕਟਿਵ ਹੈ ਉਹ ਕਿਸ ਨੂੰ ਮੋਡੀਫਾਈ ਕਰ ਰਹੇ ਨੇ, ਉਹ ਨਾਉਨ ਨੂੰ ਮੋਡੀਫਾਈ ਕਰ ਰਹੇ ਨੇ। ਮਤਲਬ ਨਾਉਨ ਨੂੰ ਕੁਆਲਿਟੀ ਦੇ ਰਹੇ ਨੇ, ਮੋਟਾ ਬੰਦਾ, ਪਤਲਾ ਬੰਦਾ, ਛੋਟਾ ਬੰਦਾ, ਲੰਬਾ ਬੰਦਾ, ਕਾਲੀ ਕਾਰ, ਲਾਲ ਕਾਰ, ਬਹੁਤ ਚੀਜ਼ਾਂ ਹੁੰਦੀਆਂ ਨੇ ਯਾਰ ਜਿਨ੍ਹਾਂ ਨੂੰ ਆਪਾਂ ਕੁਆਲਿਟੀ ਦੇ ਦਿੰਦੇ, ਤੇ ਕੁਆਲਿਟੀ ਹਮੇਸ਼ਾ ਨਾਮ ਨੂੰ ਦਿੱਤੀ ਜਾਂਦੀ ਹੈ। ਇੰਨੀ ਗੱਲ ਸਮਝ ਆ ਰਹੀ ਹੈ? ਜੇ ਇੰਨੀ ਗੱਲ ਸਮਝ ਆਈ ਸਾਰਿਆਂ ਨੂੰ, ਤਾਂ ਹੁਣ ਦੇਖੋ ਧਿਆਨ ਨਾਲ, ਆਪਣੇ ਕੋਲੇ ਇੱਥੇ ਨਾਮ ਕਿੰਨੇ ਹੈ? ਤੁਸੀਂ ਕਹੋਗੇ ਸਰ ਪਹਿਲਾਂ ਆਇਆ ਸਬਜੈਕਟ, ਉਸ ਤੋਂ ਬਾਅਦ ਆਈ ਵਰਬ, ਉਸ ਤੋਂ ਬਾਅਦ ਆਇਆ ਆਬਜੈਕਟ। ਸਬਜੈਕਟ ਦੇ ਵਿੱਚ ਕੀ ਲਿਖਿਆ, ਨਾਮ ਲਿਖਿਆ, ਮੈਂ ਕਿਹਾ ਠੀਕ ਹੈ। ਆਬਜੈਕਟ ਦੇ ਵਿੱਚ ਕੀ ਲਿਖਿਆ, ਨਾਉਨ ਲਿਖਿਆ, ਮੈਂ ਕਿਹਾ ਠੀਕ ਹੈ। 2 ਨਾਉਨ ਆਏ ਸਰ, ਤੁਸੀਂ ਕਹੋਗੇ, ਮੈਂ ਕਿਹਾ ਓਕੇ ਬਿਲਕੁਲ ਸਹੀ ਹੈ। ਮੈਂ ਕਹੂੰਗਾ ਵੀ ਕਿਸੇ ਨਾਉਨ ਬਿਨਾਂ ਸਰਦਾ ਹੈ, ਤੁਸੀਂ ਕਹੋਗੇ ਨਹੀਂ ਸਰਦਾ ਜੀ, ਦੋਨੇ ਹੀ ਨਾਮ ਚਾਹੀਦੇ ਹੈ, ਮੈਂ ਕਿਹਾ ਠੀਕ ਹੈ। ਉਸ ਤੋਂ ਬਾਅਦ ਮੈਂ ਕਿਹਾ ਚਲੋ ਠੀਕ ਹੈ, ਇੱਕ ਚੀਜ਼ ਐਡ ਕਰਨ ਦੀ ਕੋਸ਼ਿਸ਼ ਕਰਦੇ ਆ, ਮੈਨੂੰ ਬਈ ਰਾਮ ਦੀ ਕੁਆਲਿਟੀ ਚਾਹੀਦੀ ਹੈ, ਮੈਨੂੰ ਐਪਲ ਦੀ ਕੁਆਲਿਟੀ ਚਾਹੀਦੀ ਹੈ। ਤੁਸੀਂ ਕਹੋਗੇ ਠੀਕ ਹੈ, ਗੱਲ ਹੀ ਕੋਈ ਨਹੀਂ, ਆਪਾਂ ਰਾਮ ਦੀ ਦੇ ਦਿੰਨੇ ਤੇ ਐਪਲ ਦੀ ਕੁਆਲਿਟੀ ਦੇ ਦਿੰਨੇ ਆ। ਕਿੱਦਾਂ ਕੁਆਲਿਟੀ ਦਿੱਤੀ, ਇਸ ਚੀਜ਼ ਨੂੰ ਬੜੇ ਧਿਆਨ ਨਾਲ ਸਮਝਿਓ। ਮੈਂ ਲਿਖਿਆ, ਇੱਕ ਲਾਈਨ ਲਿਖੂੰਗਾ, ਉਸ ਲਾਈਨ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਬਸ। ਮੈਂ ਲਿਖਿਆ ਇੰਟੈਲੀਜੈਂਟ, इंटेलिजेंट राम ईट्स अ स्वीट एप्पल। वर्ड लिखिया मैं इंटेलिजेंट राम ईट्स अ स्वीट एप्पल। अच्छा हुण इसनूं ना बड़े ध्यान नाल समझिओ। राम मेरे कोले की सीगा, सबजैक्ट दे विच नाउन आया सीगा जी, इस दे बिना नहीं सरदा। उस तो बाद एप्पल मेरे कोले ऑब्जेक्ट दे विच की आया सीगा, नाउन आया सीगा जी, इस दे बिना नहीं सरदा। सर राम किदां दा बंदा है, क्वालिटी की है इसदी? सर राम है जी इंटैलीजेंट बंदा है, ये इसदी खासियत है, ये इसदी क्वालिटी है। सर एप्पल जिहड़ा ये खा रहा है, ये किदां दा? सर वो मिठा एप्पल है, स्वीट एप्पल है, वो एप्पल दी खासियत है। इन्नी गल समझ आएगी? इसका मतलब जिथे जिथे नाम उथे उथे एडजैक्टिव। अच्छा जे एक चीज होर दिखाना है, जे मान लो मैं राम नूं हटाता, छड्ड परे यार राम आपां लिखदे नहीं, मैं लिखिया कि इंटैलीजेंट ईट्स एन स्वीट एप्पल। ਜਦੋਂ ਰਾਮ ਹੀ ਹੈ ਨਹੀਂ, ਇੰਟੈਲੀਜੈਂਟ ਕਿਸੇ ਕੰਮ ਦਾ ਹੈ ਆਪਣੇ, ਇਹ ਦੱਸ ਦਿਓ। ਸਰ ਤੁਸੀਂ ਕਹੋਗੇ ਨਹੀਂ ਇੰਟੈਲੀਜੈਂਟ ਪਤਾ ਹੀ ਨਹੀਂ ਲੱਗ ਰਿਹਾ ਕੌਣ ਹੈ। ਇਸ ਦਾ ਮਤਲਬ ਜੇ ਆਪਣੇ ਕੋਲੇ ਨਾਮ ਹੈ ਤਾਂ ਸੈਂਟੈਂਸ ਹੈ, ਜੇ ਨਾਮ ਹੈ ਤਾਂ ਇਸ ਦੀ ਵਿਸ਼ੇਸ਼ਤਾ ਹੈ। ਇੰਨੀ ਗੱਲ ਸਮਝ ਆ ਰਹੀ ਹੈ? ਇਸੇ ਕਰਕੇ ਇਸ ਨੂੰ ਮੋਡੀਫਾਇਰ ਬੋਲਿਆ ਗਿਆ ਵੀ ਇਹਨਾਂ ਬਿਨਾ ਸਰਦਾ ਹੈ, ਕੋਈ ਦਿੱਕਤ ਨਹੀਂ। ਇਹ ਜ਼ਿਆਦਾ ਐਕਸਟਰਾ ਮੋਡੀਫਾਈ ਕਰ ਦਿੰਦੇ ਨੇ ਚੀਜ਼ ਨੂੰ, ਸਰਦਾ ਇਹਨਾਂ ਬਿਨਾ, ਬਟ ਨਾਉਨ ਬਿਨਾ ਨਹੀਂ ਸਰਦਾ।
इन्नी गल समझ आ रही है। ਉਹੀ कहानी सेम है भी मान लो तुसीं एक अल्टो लैके आए है ना, अल्टो बिना नहीं सरदा, बट हाँ अल्टो ते ਜਿਹੜੀਆਂ ਐਕਸੈਸਰੀਜ਼ ਲਗਾਓਗੇ, ਸਨਰੂਫ ਲਵਾ ਲਿਆ ਜੀ, 3 ਇੰਚ ਉੱਚੀ ਛਾ ਲਈ ਦੀ, ਚੌੜੇ ਟਾਇਰ ਪਵਾ ਲਈ ਦੀ ਹੈ ਨਾ, ਵੀਲ ਪਵਾ ਲਏ, ਮਤਲਬ ਉਹਨਾਂ ਬਿਨਾ ਸਰਦਾ ਹੈ। ਉਹੀ ਚੀਜ਼ ਆ ਮੋਡੀਫਾਈ ਕਰਾਇਆ ਆਪਾਂ, ਮੋਡੀਫਾਇਰ ਬਿਨਾ ਸਰਦਾ ਹੈ। बट बेसिक चीज़ जिन्ना चर कार ही नहीं बंदा की करेगा, वही चीज़ है अपने को जिन्ना चर राम ही नहीं इस चीज़ में मॉडिफाई नहीं कर सकता। इन्नी गल समझ आ रही है। अच्छा जी इन्नी गल समझ आई तो उस तो बाद अगली चीज़ देखते हैं आप। हुण देखो ये लाइन सारे समझ आ रही है, की समझ आ रहा है, इंटैलीजेंट राम ईट्स एंड स्वीट एप्पल। हुण देखो आ जिहड़ा राम है इसकी जिहड़ी क्वालिटी है की है सर अपने को इंटैलीजेंट क्वालिटी है। तो इंटैलीजेंट एक चंगी क्वालिटी है या माड़ी क्वालिटी है? तुसीं कहोगे सर पॉजिटिव है क्वालिटी है, चंगी क्वालिटी है। मैं कहूँगा जो वो सेब खा रहा सी, वो स्वीट सी, ये चंगी क्वालिटी है माड़ी क्वालिटी है? तुसीं कहोगे सर बिल्कुल सही गल है, ये पॉजिटिव क्वालिटी है, मतलब दोनों नाम की क्वालिटी पॉजिटिव आई। इन्नी गल समझ आ रही है। चलो ठीक है, अच्छी गल है जो तुहानूं समझ आई। तो इस दे नाल ही ना मैं दूसरा सेंटेंस लिख रहे हैं, दूसरे सेंटेंस नूं समझण दी कोशिश करनी। मैं लिखिया एक देख लेने आप, मैं लिखिया फूलिश राम ईट्स अ रोटन एप्पल। अच्छा आई होप तुहानूं सारिआं नूं दिख रहा होएगा। मैं बोलिया फूलिश राम ईट्स अ रोटन एप्पल, सिंपल इन्नी गल लिखी। हुण देखो ध्यान दे नाल अपने को राम भी उही है, खा भी रहा है, की खा रहा है, एप्पल खा रहा है, बट राम दी इत्थे क्वालिटी की आई, राम भाई फूलिश है, बेवकूफ, एक नंबर का बेवकूफ प्राणी है। इसका मतलब ये है। उस तो बाद सर जिहड़ी चीज़ खा रहा है, की खा रहा है, एप्पल खा रहा है। सर एप्पल की है? रोटन एप्पल है, बिल्कुल गलिया सड़िया एप्पल है। एप्पल की क्वालिटी सर गले सड़िया होना एप्पल का पॉजिटिव है या नैगेटिव है? तुसीं कहोगे जी तो माड़ी क्वालिटी आ गई, नैगेटिव आ गई। मैं कहूँगा नैगेटिव क्वालिटी है। फिर मैं कहा जी बेवकूफ बंदा है राम, इसका मतलब किहड़ी क्वालिटी है? तुसीं कहोगे नैगेटिव। सर इत्थों एक गल जाहिर हुई, आपां नूं साफ हुई बिल्कुल पानी की तरह भी जिहड़े एडजैक्टिव है नाउन दे नाल तां आउंदे ने बई, ये आप दो तरह के हुंदे ने। एक तां हुंदा पॉजिटिव जिन्हें गुड क्वालिटी देनी है नाउन नूं, एक हुंदा अपने कोले नैगेटिव जिन्हें नैगेटिव क्वालिटी देनी है नाउन। इन्नी गल समझ आई सारिआं नूं? चलो ठीक है जी, इन्नी गल पता लगी सानूं सारिआं नूं, एक नवीं चीज़ पता लगी। तो हुण इस नवीं चीज़ दे विच एक अंदरला सप कढदे आं। देखो सर इत्थे इंटैलीजेंट वर्ड समझ आया, पता लग्या। इत्थे राम भी पता लग्या भी राम इंटैलीजेंट है। सर इत्थे फूलिश राम भी पता लग्या फूलिश राम है। बट कईयां नूं बहुत सारे स्टूडेंट पंजाब बोर्ड वाले अपने नाल जुड़ते हैं जिन्हां नूं ना रोटन का नहीं पता हुंदा। ਇਹ ਹੁਣ देखो वकैबलरी ਆਪਾਂ ਜਿਹੜੀ पढ़ते हैं सर रोटन तो वकैबलरी वर्ड आ गया, नो डाउट वर्ड तो सारे वकैब दे ही ने, एप्पल भी तो वकैब दा। बट रोटन दी ਜਿਹੜਾ पार्ट ऑफ स्पीच है, मतलब एक स्पीच आई मेरे को पूरी फुलिश राम ईट्स एंड रोटन एप्पल, एक स्पीच का पार्ट आया मेरे को ਕਿਹੜਾ रोटन, ਤੇ रोटन ਨੂੰ ਮੋਡੀਫਾਈ ਕਰ ਰਿਹਾ ਸੀ ਕਿਸ ਨੂੰ? ਐਪਲ ਨੂੰ। बट ਆਪਾਂ ਨੂੰ ਇਸ ਦਾ ਮਤਲਬ ਨਹੀਂ ਪਤਾ ਸੀ। ਇੱਥੇ ਪੰਜਾਬ ਬੋਰਡ ਵਾਲੇ ਮਾਰ ਖਾ ਜਾਂਦੇ ਆ ਵੀ ਉਹਨਾਂ ਨੂੰ ਨਾ ਐਡਜੈਕਟਿਵ ਵਕੈਬਲਰੀ ਦੇ ਰੂਪ ਦੇ ਵਿੱਚ ਯਾਦ ਕਰਨਾ ਪੈਣਾ। ਇੱਥੇ याद करना पैना भी रोटन का मतलब की है। जो रोटन का मतलब पता लग गया आपको, पता लग जू एप्पल का जो रोटन है भाई खराब है, तो जो ये पता लग गया आपको उस तो बाद आप पता कर सकते हैं तो भाई क्वालिटी है, तो मतलब एक एप्पल की वो क्वालिटी है जिन्होंने आप खा नहीं सकते, यही नैगेटिव क्वालिटी है। इन्नी गल समझ आई सारे? तो इन्नी गल समझ आ गई। इसका मतलब जोड़े एडजैक्टिव है इस दे नाल आपां नूं याद की करनी पऊगी? वोकैब। चिंता करने की कोई लोड़ नहीं, जिद्दे अपनी क्लास होया करूगी ना, अज नहीं अज तो बाद नाउन करांगे, प्रनाउन करांगे, जो भी किया या ऑफलाइन बैच जो भी तुसीं टैसट बैच लिया, हर एक टैसट बैच के हर एक घंटे के 5 या 4 एक इहो जिहे वर्ड कराया करूँगा जिहड़े वर्ड तुहानूं अपने पिछले एग्जाम दे विच आए हुए ने, ते उन्हां वर्ड्स दे विद मीनिंग आपां इहो जिहे तरीके नाल करांगे भी अपनी सारी उम्र भुलणे नहीं। इन्नी गल समझ आ रही है? यही चीज़ नूं आपां एक्सप्लोर करांगे। चलो ठीक है जी, आई थिंक तुहानूं एडजैक्टिव समझ आ गया होगा, मॉडिफायर समझ आ गया होगा भी एक हुंदे ने पॉजिटिव, एक हुंदे ने नैगेटिव। मॉडिफाई किस नूं करदे ने? नाउन नूं, ते वकैब इन्हां दी याद करनी पैनी है, इस चीज़ नूं एडजैक्टिव बोलदे ने। जे इन्नी गल समझ आई तां एक चीज़ ना जिहड़ी सब तो वड्डी गल वो चीज़ दस्सण जा रहा मैं भी मॉडिफायर इन्ना भी पता लग गया भी इहदे बिना सरदा है, नाउन बिना नहीं सरदा। हुण सब तो वड्डी चीज़ दस्सण जा रहे हैं, वो किहड़ी चीज़ है? देखो जदों अपने कोले बेसिक चीज़ सीगी राम ईट्स एन एप्पल, बेसिक चीज़ सीगी, इस दे विच चीज़ां सीगियां, एक सीगा जी सबजैक्ट, दूसरी सीगी वर्ब, उस तो बाद तीसरा सीगा ऑब्जैक्ट, 3 चीज़ां सीगियां सर कुल मिला के, ठीक है। बट जदों इस दे विच चीज़ां ऐड कीतियां एडजैक्टिव वालियां, सर चेंज देख रहे हो तुसीं भी इत्थे एक वर्ड वध गया राम तो पहलां,
ਇੱਥੇ ਐਪਲ ਤੋਂ ਪਹਿਲਾਂ ਵਰਡ ਵੱਧ ਗਿਆ, ਮਤਲਬ ਲੈਂਥ ਵੱਧ ਗਈ। ਜਦੋਂ ਲੈਂਥ ਵੱਧ ਗਈ ਇਸ ਦਾ ਮਤਲਬ ਮੋਡੀਫਾਇਰ ਜਦੋਂ ਸਟਾਰਟ ਹੁੰਦੇ ਨੇ ਨਾ, ਇਹਨਾਂ ਬਿਨਾ ਸਰਦਾ ਵੀ ਹੁੰਦਾ ਹੈ, ਤੇ ਜੇ ਇਹਨੂੰ ਆਪਾਂ ਯੂਜ਼ ਕਰ ਰਹੇ ਹਾਂ ਇਸ ਦਾ ਮਤਲਬ ਸੈਂਟੈਂਸ ਦੀ ਲੈਂਥ ਵੱਧ ਰਹੀ ਹੈ, ਇਸ ਨੂੰ ਆਪਾਂ ਐਕਸਟਰਾ ਤਰੀਕੇ ਦੇ ਨਾਲ ਯੂਜ਼ ਕਰਦੇ ਹਾਂ। ਇਹੀ ਇਹਨਾਂ ਦਾ ਚੀਜ਼ ਹੈ। ਤੁਸੀਂ ਹਟਾ ਕੇ ਦੇਖ ਲਓ, ਇੰਟੈਲੀਜੈਂਟ ਹਟਾ ਦਿਓ, ਫੂਲਿਸ਼ ਹਟਾ ਦਿਓ, ਸਵੀਟ ਹਟਾ ਦਿਓ, ਐਰੋਟਨ ਹਟਾ ਦਿਓ, ਉਹੀ ਚੀਜ਼ ਰਹਿ ਜਾਣੀ ਹੈ। ਇਹਨਾਂ ਬਿਨਾਂ ਨਹੀਂ ਸਰਦਾ, ਇਹਨਾਂ ਬਿਨਾਂ ਸਰਦਾ ਹੋਊਗਾ। ਤੇ ਜਦੋਂ ਇਹ ਚੀਜ਼ ਆਉਂਦੀ ਹੈ ਤਾਂ ਲੈਂਥ ਵੀ ਵੱਧਦੀ ਹੈ। ਇਸ ਦਾ ਮਤਲਬ ਮੋਡੀਫਾਇਰ ਤਾਂ ਕਿਹਾ ਗਿਆ ਹੈ, ਲੈਂਥ ਵਧਾ ਦਿੰਦੇ ਨੇ। ਓਬਵੀਅਸਲੀ ਅਲਟੋ ਹੈ, ਅਲਟੋ ਦੇ ਵਿੱਚ ਜੇ ਸਿੰਪਲ ਬੇਸ ਮਾਡਲ ਲਿਆਓਗੇ ਤਾਂ ਵਧੀਆ ਹੋਏਗਾ, ਠੀਕ ਹੈ, ਸਿੰਪਲ ਹੋਏਗਾ, ਉਸ ਬਿਨਾਂ ਸਰਦਾ ਵੀ ਨਹੀਂ। ਤੇ ਜੇ ਅਲਟੋ ਦੇ ਉੱਪਰ ਹੀ ਸਾਰਾ ਕੁਝ ਲਵਾ ਰਹੇ ਉਹਨਾਂ ਬਿਨਾਂ ਸਰਦਾ ਵੀ ਹੈ, ਤੇ ਓਬਵੀਅਸਲੀ ਉਹ ਭਾਰ ਵੀ ਤਾਂ ਵੱਧਦਾ ਹੀ ਹੈ। ਉਹੀ ਚੀਜ਼ ਹੈ, ਇਹਦੇ ਵਿੱਚ ਭਾਰ ਵੱਧ ਰਿਹਾ, ਹੋਰ ਕੁਝ ਨਹੀਂ ਹੋ ਰਿਹਾ। ਇੰਨੀ ਗੱਲ ਸਮਝ ਆ ਰਹੀ ਹੈ? ਚਲੋ, ਉਸ ਤੋਂ ਬਾਅਦ ਹੈ ਅਗਲੀ ਚੀਜ਼ ਆਈ ਆਪਣੇ ਕੋਲੇ, ਸਭ ਤੋਂ ਵੱਡੀ ਚੀਜ਼ ਆਈ ਐਡਵਰਬ। ਅੱਛਾ, ਹੁਣ ਐਡਵਰਬ ਨੂੰ ਦੇਖਿਓ ਕੀ ਚੀਜ਼ ਹੈ। ਵੱਡੀ ਚੀਜ਼ ਕਿਉਂ ਕਿਹਾ ਗਿਆ, ਇਸ ਚੀਜ਼ ਦਾ ਤੁਹਾਨੂੰ ਪਤਾ ਲੱਗ ਜਾਊਗਾ ਕਿਉਂ ਬੋਲਿਆ ਮੈਂ। ਅੱਛਾ, ਐਡਵਰਬ ਜਿਹੜੀ ਚੀਜ਼ ਹੁੰਦੀ ਹੈ ਨਾ, ਸਾਰਿਆਂ ਨੂੰ ਪਤਾ, ਸਾਰੇ ਕਹਿਣਗੇ ਜੀ ਕਿਰਿਆ ਵਿਸ਼ੇਸ਼ਣ। ਮੈਂ ਕਹੂੰਗਾ ਹਾਂ ਮੋਡੀਫਾਇਰ ਹੈ ਇਹ, ਜੋ ਕਿਰਿਆ ਨੂੰ ਮੋਡੀਫਾਈ ਕਰਦਾ ਹੈ, ਕਿਰਿਆ ਨੂੰ ਕੁਆਲਿਟੀ ਦਿੰਦਾ ਹੈ, ਵਿਸ਼ੇਸ਼ ਕਰਦਾ ਹੈ। ਹੁਣ ਸਰ ਕਹੋਗੇ ਵੀ ਨਾਮ ਨੂੰ ਵਿਸ਼ੇਸ਼ ਕਰਨ ਵਾਲੀ ਚੀਜ਼ ਸਮਝ ਆਈ ਸਾਨੂੰ, ਵੀ ਸਰ ਕਾਲੀ ਕਾਰ ਹੈ, ਲਾਲ ਕਾਰ ਹੈ, ਲੰਮਾ ਚੌੜਾ, ਜੋ ਵੀ ਆਪਾਂ ਬੋਲਦੇ ਹਾਂ ਨਾ, ਇਸ ਦਾ ਮਤਲਬ ਕੀ ਹੈ ਸਰ? ਇਹ ਕੀ ਚੀਜ਼ ਨੇ ਫਿਰ? ਇਹ ਕਿਸ ਨੂੰ ਵਿਸ਼ੇਸ਼ ਦਿੰਦੇ ਕਰਦੇ ਨੇ, ਵਿਸ਼ੇਸ਼ ਕਰਦੇ ਨੇ? ਸਰ ਇਹਦੇ ਵਿੱਚ ਹੀ ਹੈ ਜਿਹੜੀ ਚੀਜ਼ ਨੂੰ ਇਹ ਵਿਸ਼ੇਸ਼ ਕਰਦੇ ਨੇ, ਇਹ ਵਰਬ ਨੂੰ ਵਿਸ਼ੇਸ਼ ਕਰਦੇ ਨੇ, ਇਹ ਕੰਮ ਨੂੰ ਵਿਸ਼ੇਸ਼ ਕਰਦੇ ਨੇ। ਹੁਣ ਤੁਸੀਂ ਕਹੋਗੇ ਸਰ ਕੰਮ ਵਿਸ਼ੇਸ਼ ਤਰੀਕੇ ਨਾਲ ਕੀਤਾ ਜਾਂਦਾ ਹੈ? ਕਹੂੰਗਾ ਬਿਲਕੁਲ ਕੀਤਾ ਜਾਂਦਾ। ਕਿਵੇਂ ਕੀਤਾ ਜਾਂਦਾ? ਉਸ ਚੀਜ਼ ਨੂੰ ਸਮਝੋ। ਸਿੰਪਲ ਪਹਿਲਾਂ ਇਸ ਚੀਜ਼ ਨੂੰ ਸਮਝਦੇ ਹਾਂ। ਮੰਨ ਲਓ ਤੁਹਾਨੂੰ ਨਾ ਪਾਰਟੀ ਤੇ ਬੁਲਾਇਆ ਕਿਸੇ ਨੇ, ਤੁਸੀਂ ਪਾਰਟੀ ਦੇ ਵਿੱਚ ਜਦੋਂ ਵਿਆਹ, ਆਪਾਂ ਪੰਜਾਬੀ ਬਹੁਤ ਸ਼ੌਕੀਨ ਹੁੰਦੇ ਹਾਂ ਨਾ ਵਿਆਹ ਵੀ ਜਾਣਦੇ, ਵਿਆਹ 'ਚ ਗਏ, ਮੰਨ ਲਓ ਕਿਤੇ ਵਿਆਹ 'ਚ ਇੱਕ ਬੰਦਾ ਮਿਲਿਆ ਮੈਨੂੰ, ਉਹ ਬੰਦਾ ਜਿਹੜਾ ਸੋਫੀ ਹੈ, ਮਤਲਬ ਕੁਛ ਨਹੀਂ ਖਾਂਦਾ ਪੀਂਦਾ। ਇੱਕ ਬੰਦਾ ਉਹ ਮਿਲਿਆ ਜਿਹੜਾ ਕੁਛ ਛੱਡਦਾ ਹੀ ਨਹੀਂ ਹੈ, ਤੁਹਾਨੂੰ ਪਤਾ ਹੀ ਹੈ ਨਾ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਅੱਛਾ, ਹੁਣ ਦੇਖੋ ਵੀ ਵਿਆਹ ਵਿੱਚ ਆਪਣੇ ਪੰਜਾਬੀ ਵਿਆਹਾਂ 'ਚ ਕੀ ਹੁੰਦਾ, ਪਹਿਲਾਂ ਆਨੰਦ ਕਾਰਜ ਹੋ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਨੂੰ ਸ਼ਗਨ ਲਿਆਉਂਦੇ, ਬਿਠਾ ਦਿੰਦੇ ਲੈ ਕੇ, ਸ਼ਗਨ ਸੁਗਨ ਤੋਂ ਬਾਅਦ ਰੋਟੀ ਦਾ ਕੰਮ ਚੱਲਦਾ ਹੈ ਨਾ। ਹੁਣ ਉਸ ਟਾਈਮ ਦੇ ਉੱਤੇ ਇੱਕ ਤਾਂ ਉਹ ਬੰਦੇ ਹੁੰਦੇ ਆ ਜਿਹੜੇ ਸ਼ਗਨ ਦੇ ਕੇ ਰੋਟੀ ਖਾ ਕੇ ਸੂਫੀ ਬੰਦੇ ਹੁੰਦੇ ਆ, ਵੀ ਘਰੇ ਜਾਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਉਹ ਹੁੰਦੇ ਆ ਜਿਨ੍ਹਾਂ ਨੂੰ ਚੱਕ ਕੇ ਛੱਡ ਕੇ ਆਉਣਾ ਪੈਂਦਾ ਘਰੇ, ਹੈ ਨਾ। ਹੁਣ ਦੇਖੋ, ਮੰਨ ਲਓ ਇਹ ਦੋਨੇ ਬੰਦੇ ਇਕੱਠੇ ਹੋਏ ਰੋਟੀ ਦੇ ਟੇਬਲ ਤੇ, ਗੋਲ ਟੇਬਲ ਸੀਗਾ, ਮੰਨ ਲਓ ਇੱਥੇ ਬੈਠੇ ਹੋਏ ਸੀਗੇ, ਇੱਕ ਸਾਈਡ ਤੇ ਇਹ ਬੈਠ ਗਿਆ, ਦੂਸਰੀ ਸਾਈਡ ਤੇ ਇਹ ਬੈਠ ਗਿਆ। ਸਰ ਇਸ ਟੇਬਲ ਤੇ ਬੈਠ ਕੇ ਇਹ ਕੰਮ ਕਿਸ ਦਾ ਕਰਨਗੇ, ਮੈਨੂੰ ਉਹ ਦੱਸੋ ਪਹਿਲਾਂ। ਸਰ ਇਹ ਕੰਮ ਕਰਨਗੇ ਖਾਣ ਦਾ, ਇਹ ਈਟ ਕਰਨਗੇ, ਇੱਥੇ ਬੈਠ ਕੇ ਕੰਮ ਕਰਨਗੇ, ਹਾਂ ਜਾਂ ਨਾ? ਤੁਸੀਂ ਕਹੋਗੇ ਬਿਲਕੁਲ ਸਹੀ ਹੈ। ਅੱਛਾ, ਹੁਣ ਦੇਖੋ ਜਿਹੜਾ ਸੋਫੀ ਬੰਦਾ ਸੀਗਾ ਉਸਨੇ ਬੜੇ ਵਧੀਆ ਤਰੀਕੇ ਨਾਲ ਈਟ ਕੀਤਾ। ਕਿੱਦਾਂ? ਉਸਨੇ ਸਰ ਰੁਮਾਲ ਲਿਆ, ਨੈਪਕਿਨ ਲਿਆ, ਇੱਦਾਂ ਇਹ ਲਾਇਆ, ਉਸ ਤੋਂ ਬਾਅਦ ਬੜੇ ਹੀ ਮਤਲਬ ਵਧੀਆ ਢੰਗ ਦੇ ਨਾਲ ਚਮਚੇ ਚੁੱਕ ਕੇ ਆਪਣਾ ਖਾਣਾ ਸਟਾਰਟ ਕੀਤਾ, ਬੜੇ ਕੇਅਰਫੁਲ ਤਰੀਕੇ ਦੇ ਨਾਲ ਵੀ ਉੱਪਰ ਨਾ ਗਿਰਦੇ, ਹੈ ਨਾ। ਚਲੋ ਠੀਕ ਹੈ, ਮਤਲਬ ਕੰਮ ਕਰ ਰਿਹਾ, ਬਹੁਤ ਵਧੀਆ ਢੰਗ ਦੇ ਨਾਲ ਕਰ ਰਿਹਾ, ਖਾਸ ਤਰੀਕੇ ਦੇ ਨਾਲ ਕੰਮ ਕਰ ਰਿਹਾ। ਇਸ ਦੇ ਅਪੋਜ਼ਿਟ ਸਾਰੇ ਇਸ ਬੰਦੇ ਬਾਰੇ ਦੱਸ ਸਕਦੇ ਹੋ? ਤੁਸੀਂ ਕਹੋਗੇ ਸਰ ਇਹਨੂੰ ਆਪ ਦਾ ਪਤਾ ਨਹੀਂ, ਖਾਣ ਦਾ ਕਿਵੇਂ ਪਤਾ ਲੱਗੂਗਾ? ਉਹੀ ਚੀਜ਼ ਹੈ, ਮਤਲਬ ਦੇਖੋ ਕੰਮ ਦੋਨੇ ਇੱਕ ਹੀ ਕਰ ਰਹੇ ਨੇ ਖਾਣ ਦਾ, ਬਟ ਖਾਣ ਦਾ ਢੰਗ, ਤਰੀਕਾ ਚੇਂਜ ਹੋ ਗਿਆ। ਇੱਕ ਖਾਸ ਤਰੀਕੇ ਨਾਲ ਕਰ ਰਿਹਾ, ਤਰੀਕਾ ਇਹਦਾ ਵੀ ਖਾਸ ਹੈ, ਇਹ ਵੀ ਵਿਰਲੇ ਵਾਂਝੇ ਹੀ ਬੰਦੇ ਯੂਜ਼ ਕਰਦੇ ਨੇ, ਬਟ ਇਹ ਗੱਲ ਹੈ ਦੋਨੇ ਵੱਖੋ ਵੱਖਰੇ ਤਰੀਕੇ ਨਾਲ ਕੰਮ ਕਰ ਰਹੇ ਨੇ ਨਾ। ਉਸੇ ਚੀਜ਼ ਨੂੰ ਐਡਵਰਬ ਬੋਲਦੇ ਨੇ, ਵੀ ਕੰਮ ਹੋਇਆ ਕਿਸ ਢੰਗ ਦੇ ਨਾਲ, ਕੰਮ ਹੋਇਆ ਕਿਸ ਤਰੀਕੇ ਦੇ ਨਾਲ, ਕੰਮ ਹੋਇਆ, ਉਸੇ ਚੀਜ਼ ਨੂੰ ਆਪਾਂ ਐਡਵਰਬ ਬੋਲਦੇ ਨੇ। ਵਰਬ ਨੂੰ ਖਾਸੀਅਤ ਦਿੱਤੀ ਗਈ ਹੈ। ਹੁਣ ਦੇਖੋ ਸਿੰਪਲ ਤਰੀਕੇ ਨਾਲ ਖਾਣਾ ਹੁੰਦਾ, ਇੱਕ ਹੁੰਦਾ ਬਾਂਦਰਾਂ ਤਰ੍ਹਾਂ, ਕੁੱਤਿਆਂ ਤਰ੍ਹਾਂ ਖਾਣਾ, ਖਾਸੀਅਤ ਤਾਂ ਆਪਣੇ ਆਪ ਦੇ ਵਿੱਚ ਹੈ ਨਾ ਹਰ ਇੱਕ ਚੀਜ਼ ਦੀ। ਹੁਣ ਦੇਖੋ ਜੇ ਇਹ ਐਗਜ਼ਾਮਪਲ ਨਹੀਂ ਸਮਝ ਆਈ ਤਾਂ ਇਸ ਚੀਜ਼ ਨੂੰ ਦੂਸਰੇ ਤਰੀਕੇ ਨਾਲ ਵੀ ਸਮਝ ਦਿੰਦੇ ਹਾਂ। ਮੰਨ ਲਓ ਪੰਜਾਬ ਬੋਰਡ ਦੇ, ਹੈ ਨਾ, ਪੰਜਾਬ ਸਟੇਟ ਐਗਜ਼ਾਮ ਜਿਹੜੇ ਆਉਣਗੇ ਆਪਣੇ ਕੋਲ, ਇਹਦੇ ਵਿੱਚ ਇੱਕ ਬੜਾ ਫੇਮਸ ਐਗਜ਼ਾਮ ਹੁੰਦਾ, ਉਹ ਹੁੰਦਾ ਜੀ ਕਾਂਸਟੇਬਲ ਦਾ ਜਾਂ ਸਬ ਇੰਸਪੈਕਟਰ ਦਾ। ਸਾਰਿਆਂ ਦਾ ਬੜਾ ਧਿਆਨ ਇਹੀ ਹੁੰਦਾ ਨਾ ਵੀ ਸਬ ਇੰਸਪੈਕਟਰ ਜਾਂ ਫਿਰ ਕਾਂਸਟੇਬਲ, ਬੜੀ ਜ਼ਿਆਦਾ ਵੈਕੈਂਸੀ ਟਾਰਗੇਟ ਕੀਤੀ ਜਾਂਦੀ ਹੈ ਪੰਜਾਬ ਦੇ ਜਿਹੜੇ, ਹੈ ਨਾ, ਯੂਥ ਦੁਆਰਾ। ਹੁਣ ਦੇਖੋ ਇਹਦੇ ਵਿੱਚ ਕੀ ਹੁੰਦਾ, ਜਿਹੜਿਆਂ ਨੇ ਪਹਿਲਾਂ ਭਰਤੀ ਦੇਖੀ ਉਹਨਾਂ ਨੂੰ ਪਤਾ ਹੋਊਗਾ ਵੀ ਇੱਕ ਟਰੈਕ ਹੁੰਦਾ, ਟਰੈਕ ਦੇ ਉੱਤੇ ਨਾ 20 ਬੰਦੇ ਖੜਾ ਲੈਂਦੇ ਆ। 20 ਬੰਦਿਆਂ ਦਾ ਉੱਥੇ ਕੰਮ ਕੀ ਹੁੰਦਾ, 20 ਬੰਦੇ ਕਰਦੇ ਕੀ ਨੇ ਸਰ? ਉੱਥੇ ਤੁਸੀਂ ਕਹਿਣਾ ਸਰ ਇਹ 20 ਬੰਦੇ ਕੀ ਕਰਨਗੇ? ਇਹ 20 ਬੰਦੇ ਸਰ ਰਨਿੰਗ ਕਰਨਗੇ। ਮੈਂ ਕਿਹਾ ਠੀਕ ਹੈ, ਚਲੋ ਠੀਕ ਹੈ, 20 ਬੰਦੇ ਰਨਿੰਗ ਕਰਨਗੇ। ਸਰ ਕੀ 20 ਤੇ 20 ਸਿਲੈਕਟ ਹੋ ਜਾਣਗੇ? ਕੰਮ ਕਰਨਗੇ ਰਨਿੰਗ ਦਾ, ਕਿ 20 ਦੇ 20 ਸਿਲੈਕਟ ਹੋ ਜਾਣਗੇ? ਨਾ ਜੀ, ਤੁਸੀਂ ਕਹੋਗੇ ਸਿਲੈਕਟ ਤਾਂ ਉਹ ਹੋਏਗਾ ਜਿਹੜਾ ਕੀ ਕਰੇਗਾ, ਫਾਸਟ ਰਨਿੰਗ ਕਰੇਗਾ। ਤੇ ਸਰ ਕਿਹੜੇ ਸਿਲੈਕਟ ਨਹੀਂ ਹੋਣਗੇ? ਜਿਹੜੇ ਸਰ ਸਲੋ ਰਨਿੰਗ ਕਰਨਗੇ, ਇਹੀ ਹੋਏਗਾ ਜਿਹੜੇ ਸਲੋ ਰਨਿੰਗ ਕਰਨਗੇ। ਇਸ ਦਾ ਮਤਲਬ ਰਨਿੰਗ ਦੀ ਵਿਸ਼ੇਸ਼ਤਾ ਹੀ ਇੱਕ ਹੁੰਦੀ ਹੈ ਫਾਸਟ, ਇੱਕ ਹੁੰਦਾ ਸਲੋਲੀ ਭੱਜਣਾ, ਇੱਕ ਹੁੰਦਾ ਬੜੀ ਤੇਜ਼ ਆਰਾਮ ਨਾਲ, ਬਹੁਤ ਮਤਲਬ ਬੜੀ ਤੇਜ਼ ਫਾਸਟ ਭੱਜਣਾ। ਇਸ ਦਾ ਮਤਲਬ ਇਹੀ ਤਾਂ ਹੈ। ਤੇ ਕੰਮ ਕੀ ਸੀ? ਦੌੜਨਾ। ਇੱਕ ਨੇ ਭੱਜਿਆ ਫਾਸਟ, ਸਿਲੈਕਟ ਹੋ ਗਏ, ਇੱਕ ਦੇ ਸਲੋ ਭੱਜੇ, ਉਹ ਸਿਲੈਕਟ ਨਹੀਂ ਹੋਏ। ਇਹੀ ਤਾਂ ਕਿਰਿਆ ਵਿਸ਼ੇਸ਼ਣ। ਆਈ ਹੋਪ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਗੀ। ਜੇ ਇਹ ਗੱਲ ਸਮਝ ਆ ਗਈ ਤਾਂ ਹੁਣ ਅੱਗੇ ਚੀਜ਼ ਚੱਲਦੇ ਹਾਂ। ਹੁਣ ਇਸ ਦਾ ਨਾ ਯੂਜ਼ ਦੇਖਦੇ ਹਾਂ, ਗ੍ਰਾਮਰ ਦੇ ਵਿੱਚ ਇਸ ਦਾ ਯੂਜ਼ ਕੀ ਹੈ, ਜਾਂ ਫਿਰ ਰਾਈਟਿੰਗ ਦੇ ਵਿੱਚ ਇਸ ਚੀਜ਼ ਦਾ ਯੂਜ਼ ਕੀ ਹੈ, ਜਾਂ ਫਿਰ ਇਸ ਜਿਵੇਂ ਆਪਾਂ ਦੇਖਿਆ ਸੀ ਐਡਜੈਕਟਿਵ ਨੇ ਕੀ ਕੀਤਾ ਸੀ, ਲੈਂਥ ਵਧਾਤੀ ਸੀਗੀ, ਕਿ ਇਹ ਬੰਦਾ ਲੈਂਥ ਵਧਾਏਗਾ ਕਿ ਨਹੀਂ, ਆਪਾਂ ਉਹ ਚੀਜ਼ ਦੇਖਦੇ ਹਾਂ। ਅੱਛਾ, ਹੁਣ ਦੇਖੋ ਧਿਆਨ ਦੇ ਨਾਲ,
अपने को वर्ड की लिखा सी एडवर्ब, ਉਹੀ चीज बेसिक चलते, मैं बोलिया राम ईट्स एन एप्पल। ठीक है जी, समझ आया, राम ईट्स एन एप्पल। ठीक है जी, राम ईट्स एन एप्पल लिखिया, इस दे विच मैं एडजेक्टिव नूं भी ऐड करूंगा, मैं एडवर्ब नूं भी ऐड करूंगा। अच्छा देखिए, राम ईट्स एन एप्पल, ਉਹੀ चीज लिखिया मैं, इंटैलीजेंट, इंटैलीजेंट राम ईट्स एन, ए लिख दी, स्वीट एप्पल। हुण एक वर्ड ऐड किया मैं, स्लोली, एक वर्ड ऐड किया स्लोली। हुण तुसीं कहोगे सर राम की है इंटैलीजेंट, एप्पल की है स्वीट। अच्छा उस तो बाद ईट दा मतलब हुंदा है खाना, ये बंदा खा किवें रहा, तुसीं कहोगे सर स्लोली खा रहा है, बड़े हौली ढंग दे नाल खा रहा है। इसका मतलब अपने कोले इस वर्ब नूं मॉडिफाई करदा वर्ड किहड़ा आया, स्लोली वर्ड आया। इन्नी गल समझाई। कहने का मतलब यह है, राम बिना नहीं सरदा, ईट्स बिना नहीं सरदा, एप्पल बिना नहीं सरदा, स्वीट बिना सर जाएगा, इंटैलीजेंट बिना सर जाएगा, स्लोली बिना सर जाएगा। तो इसका मतलब एडवर्ब भी मॉडिफायर दे विच आया। हाँ एक गल होर नोट करते हैं, जदों आपां इत्थों तक लिखिया सी एडवर्ब नहीं लिखिया सी, उदों जदों स्लोली ऐड होया लेंथ वधी। इसका मतलब की है, एडवर्ब भी थोड़ी जी लेंथ वधा दिंदा, मतलब एक चीज़ होर लवा ली अल्टो ते आपां, जदों अल्टो ते एक चीज़ होर लवाई वो भारता वधे गई, फिर लो देखो स्लोली वध गया। इन्नी गल समझ आ रही है, चलो ठीक है। अच्छा जी इन्नी गल समझ आई, एडवर्ब समझ आ गया होगा आई थिंक सो। अच्छा उस तो बाद अगला वर्ड है अपने को प्रैपोजिशन। वर्ड की लिखिया आपां, प्रैपोजिशन। हुण प्रैपोजिशन नूं समझना बड़ा मतलब थोड़ा ना दिमाग के जिन्ने भी पुरजे है ना सारे खोलो, दो चार वध खोल के इस चीज़ नूं सुनियो, इंपॉर्टेंट है। अच्छा हुण देखियो अपने को प्रैपोजिशन के ना दो यूज होंदे ने। पहला यूज दसना की है, अच्छा मैं बोलिया बॉय इज इंटैलीजेंट, पहला यूज दसना मैं, बॉय इज इंटैलीजेंट मतलब हाँ। हुण इस दी जे तुसीं पंजाबी बनाओगे, तुसीं कहोगे जी मुंडा हुशियार है, मैं कहूँगा ठीक है ओके कोई प्रॉब्लम नहीं, मुंडा हुशियार है। हुण मेरा एक क्वेश्चन है उसका आंसर दिओ, मैं क्या किहड़ा मुंडा हुशियार है, मुंडा है कित्थों दा, किहड़ा सबजैक्ट पढ़दा है, की काम करदा है वो, तुसीं कहोगे जी ये तो दिता नहीं होया। चलो मैं फिर एक चीज़ होर ऐड करदा, मैं बोलिया बॉय ऑफ आवर क्लास इज इंटैलीजेंट। अच्छा देखो बॉय ऑफ आवर क्लास इज इंटैलीजेंट, हुण मैं पुछया भी मुंडा है कित्थों दा, तुसीं कहोगे सारे मुंडा तां साडी क्लास दा है जिहड़ा इंटैलीजेंट है, मैं कहूँगा ठीक है। हुण देखो ध्यान नाल बॉय मेरे कोले की आया सबजैक्ट, सबजैक्ट दे विच की यूज किया गया नाउन, वर्ब की आई मेरे कोले वर्ब आई इज, इंटैलीजेंट की आया ऑब्जैक्ट आया री। अच्छा फिर सर ओवर क्लास जिहड़ा वर्ड आ रहा है इस तो पहला एक वर्ड आया किहड़ा ऑफ, ऑफ वर्ड मेरे कोले प्रैपोजिशन तो है, तुसीं कहोगे जी बिल्कुल प्रैपोजिशन है। जे यह प्रैपोजिशन है इसने काम की कीता हो ध्यान नाल समझो, जदों मेरे कोले ऑफ प्रैपोजिशन इधर है नहीं सीगा उदों अपने कोले मुंडे बारे जानकारी है ही नहीं सीगी, मुंडा है कित्थों दा, कौन है, की करदा, की काम नहीं करदा। बट जदों अपने कोले ऑफ वर्ड आया आपां नूं पता लग्या भी मुंडा तां साडी क्लास दा, इसदा मतलब मुंडे दी एक्सट्रा इनफॉर्मेशन दित्ती किसने, ऑफ ने, ते ऑफ है की प्रैपोजिशन। इसदा मतलब पहला काम तां तुहानूं सारिआं नूं पता ही लग गया होगा, प्रैपोजिशन दा एक्सट्रा इनफॉर्मेशन देण दे काम आउंदा है। प्रैपोजिशन की काम करती है, किसी चीज़ की एक्सट्रा इनफॉर्मेशन देने दे मतलब काम करती है। हुण इहदी ना परफेक्ट एग्जांपल देना उस चीज़ समझो, अखबार पढ़िया कदे भुल भुलेखे कदे अंग्रेजी का अखबार धक्के चढ़ गया होवे, पढ़ लिया होवे ना, उस चीज़ दे विच सुनो सारे दे सारे की काम आउंदा है। उस दे विच ना 99% अखबार का काम की हुंदा है सर, जानकारी दिंदा है, जानकारी दिंदा, एक्सट्रा जानकारी भी दिंदा सर सानूं खबर भी आ इंसीडेंट होया, इत्थे आ बंदा सीगा, इसने इस बंदे नूं टक्कर मारती, ये बंदा मर गया, बंदा फलाने पिंड दा सीगा, बंदा फलाने पिंड दा सीगा, वो बंदा डॉक्टर सीगा, ये बंदा टीचर सी। मतलब एक ही इंसीडेंट बारे कितनी एक्सट्रा इनफॉर्मेशन, जे यह एक्सट्रा इनफॉर्मेशन दे रही है तो इसका मतलब एक्सट्रा इनफॉर्मेशन देने का काम कौन करता है, तुसीं कहोगे जी प्रैपोजिशन। तो अखबार पढ़ के जो मर्जी देख लो उस बहुत ज़्यादा यूज जिहदा होगा ना प्रैपोजिशन का ही होगा, क्योंकि अखबार दे विच एक्सट्रा इनफॉर्मेशन दी जाती है। तो एक्सट्रा इनफॉर्मेशन देने का काम कौन करता है, प्रैपोजिशन। अखबार दे विच बहुत जिहड़ी चीज़ां यूज कीतियां जांदियां ने ज़्यादातर वो प्रैपोजिशन ही होंदियां ने, इन, एट, ऑन, विद, अगेंस्ट जो भी बोलोगे प्रैपोजिशन है।
इन्नी गल समझ आई। इसका मतलब इसका पहला यूज है, पहला यूज आया अपने को एक्सट्रा इनफॉर्मेशन कम करन दा प्रैपोजिशन नूं। चलो जी, जे इन्नी गल समझ आई, उस बाद अगली चीज देखते हैं आपां, अगला यूज समझते हैं इसका। अगला यूज की है उस चीज नूं देख लेंगे हैं। अगला यूज देख लेंगे आपां। अच्छा हुण देखो, तुसीं सारे किस मतलब कोई चेयर ते बैठा होगा, कोई बैड ते बैठा होगा पढ़न वास्ते, है ना, वीडियो ला के, कोई किते कोई लाइब्रेरी दे विच देख रहा होगा इस वीडियो नूं। जिथे भी बैठे हो सर, चेयर वगैरह तो होएगी, है ना, या बैड वगैरह होएगा। हुण कुछ नहीं करना, एक वर्ड लिखिया मैं, डैश सिट्स ऑन चेयर। तुसीं यह वर्ड लिखिया, डैश सिट्स ऑन चेयर। जे तुसीं यह वर्ड देखिया तो मैं कहना भी इस डैश दे विच तुसीं अपना नाम भरो। अच्छा, मैं एक मुंडा हैगा अपना अर्श, अर्श का नाम मैं फिल कर देना। मैं बोलिया अर्श सिट्स ऑन अ चेयर, इसका मतलब कि अर्श कुर्सी ते बैठता है। अच्छा हुण देखो, अर्श अपने कोले सब्जैक्ट आया, जे सब्जैक्ट आया इसका मतलब सब्जैक्ट दे विच की है, नाउन है। उस तो बाद सिट्स की आई, वर्ब आई, चेयर की आया, ऑब्जैक्ट आया। अच्छा हुण सिंपल भाषा दे विच इस चीज नूं समझिओ भी ऑन दा मतलब हुंदा है उत्ते। सर मेरे को यही मान लो अर्श है, यही मान लो चेयर है, मान लो जी चेयर है उसके उपर अर्श बैठा हुआ है। गल समझ आ रही है? तुसीं इत्थे अपना नाम फिल करो अर्श की थां ते, जिथे भी तुसीं बैठे हुए, मान लो बैड ते बैठे हुए हो, बैड है आ तुसीं हो, तुसीं इस दे उपर बैठे हुए हो। जो भी है चेयर है, तुसीं चेयर दे सर उपर बैठे हुए हो। इसका मतलब की है सर, चेयर दे नाल तुहाडा रिलेशन की है, चेयर तुहाडे नीचे है, तुसीं चेयर दे उपर हो, ये तुहाडा रिलेशन आया। यही गल आ रही है। अच्छा मैनूं ऐ दसो कि ये जोड़ परमानेंट है कि तुसीं चेयर नाल रखोगे सारी उम्र? नहीं सर, 2 घंटिया की वीडियो होगी, 3 घंटिया की वीडियो होगी, या फिर घंटे की वीडियो होगी, उदों असीं उठ के चले जावांगे कि ये जोड़ परमानेंट सी? ना सर, इसका मतलब थोड़े समय लिए सही, बट चेयर का ते तुहाडा रिलेशन तो बनिया। इस टैंपरेरी रिलेशन नूं बिल्ड करने वास्ते जिहड़ा बंदा आउंदा है उसनूं प्रैपोजिशन बोलिया जाता है। सर मोबाइल जिस दे विच कोई भी मीडियम हो सकता है, लैपटॉप हो सकता है, पीसी हो सकता है, मोबाइल हो सकता है, टैबलेट हो सकता है, जिस दे मतलब थ्रू तुसीं सानूं सुन रहे हो ना, मैनूं देख रहे हो, तो इसका मतलब कि ये तुहाडा ते इहदा रिलेशन परमानेंट है। सर अजकल दी दुनिया च परमानेंट ही बनिया पिया, असीं छड्डदे नहीं इस चीज़ नूं। बट हाँ, जदों वीडियो खत्म होगी सर तुसीं इस चीज़ नूं जेब च पा लोगे। इसका मतलब की है सर, तुसीं इस दे सामने बैठे हो थोड़े समय लिए, इसका मतलब सामने बैठना भी तो एक प्रैपोजिशन है। सर थोड़े मगर एक दीवार होगी, मतलब वो बैक एंड ते बिहाइंड है। इसका मतलब कि ये सारियां प्रैपोजिशन होंदी ने, अगे पिछे उत्ते थल्ले नीचे, मतलब जो भी बोलोगे। इन्नी गल समझ आ रही है? इसका मतलब कहानी सेम है अपने कोले। ये दूसरा काम की हुंदा है इसदा, टैंपरेरी रिलेशन बिल्ड करदी है जी। टैंपरेरी रिलेशन बिल्ड करना इसदा काम हुंदा है अपने कोले प्रैपोजिशन दा। आई थिंक समझ आ गया होगा। एक्स्ट्रा इन्फॉर्मेशन दिंदी है, दूसरा की है टैंपरेरी रिलेशन बिल्ड करदी है। उस तो बाद अगली चीज़ देखने आपां, सब तो ज़्यादा इंपॉर्टेंट जिहड़ा चैप्टर आया, कंजंक्शनस आया। तुसीं कहोगे जी इंपॉर्टेंट क्यों है? हुण इस चीज़ नूं समझिओ भी ये इंपॉर्टेंट क्यों है। ये तां करके इंपॉर्टेंट है, अपने कोले सब्जैक्ट प्लस वर्ब प्लस सब्जैक्ट हुंदा है जी। तुसीं कहे जी हाँ जी पढ़िया हुंदा है। अच्छा मैं बोलिया राम ईट्स एन एप्पल, सर स्टोरी लई सी, तुसीं कहा जी हाँ लई सी। मैं कहा चलो इस चीज़ नूं ना मॉडिफाई कीता आपां, इस चीज़ नूं हटा दिंदे हां। हुण तुहानूं ना इन्नी कि समझ आया भी तुसीं इस दे विच जिहड़ी मैं चेंज करूंगा तुहानूं पता लगूगा। सर इस दे विच की लिखिया जाऊगा? तुसीं कहा जी नाउन। ऑब्जैक्ट दे विच की लिखिया जाऊगा? तुसीं कहा जी नाउन। मैं कहा इस नाउन नूं मॉडिफाई कौन करेगा? तुसीं कहा जी एडजैक्टिव। मैं कहा ठीक है। अच्छा उस तो बाद अपने कोले की आई वर्ब। सर इस नाउन नूं मॉडिफाई कौन करेगा? तुसीं कहा जी एडजैक्टिव। मैं कहा ठीक है। उस तो बाद मैं कहा वर्ब नूं मॉडिफाई कौन करेगा? तुसीं कहा जी एडवर्ब। मान लो यह सेंटेंस स्ट्रक्चर आया, तुसीं कहोगे सर एक चीज़ रहिंदी है जिहड़ी शायद भुल गए तुसीं, प्रैपोजिशन पढ़ाई है तुसीं। मैं कहा हाँ बई हाँ प्रैपोजिशन पढ़ाई है। इसका मतलब इस नाउन की एक्सट्रा इन्फॉर्मेशन दी सी आपां, बॉय है जिहड़ा साडी क्लास दा, इसका मतलब इहदे विच प्रैपोजिशन ऐड करन दी कोशिश करते हैं। मैं बोलिया एडजैक्टिव, उस तो बाद बोलिया नाउन, नाउन तो बाद बोलिया मैं अपने कोले चलो एक प्रैपोजिशन लिख ली। प्रैपोजिशन तो बाद एक गल याद रखियो, ऑब्जैक्ट आउंदा हुंदा है, ऑब्जैक्ट तो बाद फिर वर्ब लिखी, उस तो बाद चीज़ लिखी मेरे कोले, फिर आपां एक एडजैक्टिव लिखिया, एडजैक्टिव तो बाद नाउन लिखिया क्योंकि इस एडजैक्टिव ने इस नाउन नूं मॉडिफाई करना, फिर एक प्रैपोजिशन लिखी, उस तो बाद ऑब्जैक्ट लिखिया। इन्नी कहानी समझ आई सारिआं नूं? तुसीं कहा जी कहानी सर उलझ जी गई है, एक बारी स्ट्रक्चर बना के दिखा दिओ। मैं क्या टेंशन ना लो, कल्ली कल्ली चीज़ बना के दिखाऊंगा। इंटैलीजेंट लिखिया एडजैक्टिव की थां ते, इंटैलीजेंट मतलब हुशियार। नाम दिता कोई एक आपां राम। अच्छा राम है कित्थों दा सी? ओवर क्लास,
क्लास दिता, क्लास अपने को ऑब्जेक्ट आया। उस तो बाद वर्ब दिते जी ईट्स। अच्छा उस तो बाद की दिता एडजेक्टिव एडजेक्टिव की दिता स्वीट। अच्छा स्वीट तो बाद नाउन दिता एप्पल। एप्पल दी एक्स्ट्रा इन्फॉर्मेशन दिती ऑफ कश्मीर, ऑफ कश्मीर। ਹੁਣ देखो लाइन बन रही है इंटैलीजेंट राम ऑफ आवर क्लास ईट्स आ स्वीट एप्पल ऑफ कश्मीर। साडी क्लास का जिहड़ा राम है वो खांदा है मिठा एप्पल कित्थों दा, कश्मीर दा। इन्नी गल समझ आई सारिआं नूं? जे इन्नी गल समझ आई, इस दे विच हर एक चीज़ यूज़ कीती हुई है। एडजेक्टिव यूज़ कीता, कंजंक्शन नाउन यूज़ कीता, प्रैपोजिशन, उस तो बाद फिर वर्ब एडजेक्टिव नाउन प्रैपोजिशन सब कुछ की कंजंक्शन यूज़ कीती। तुसीं कहोगे जी ना। मैं क्या चलो ठीक है कंजंक्शन का मैनू काम दसो। तुसीं कहा जी कंजंक्शन का जोड़ती है किन्नियां चीज़ां नूं, दो चीज़ां नूं। सर सेंटेंस नंबर 1 नूं सेंटेंस नंबर 2 दे नाल जोड़ दिंदी है। मैं क्या फिर ध्यान दिओ ये एक सेंटेंस आया अपने कोले जिहदे विच बेसिक ग्रामर भी है, जिहदे विच मॉडिफायर भी है। तुसीं कहा जी हाँ। मैं क्या जे इस नूं मैं एंड लिख के एडा ही सेंटेंस थल्ले होर लिख दियां तां दसो सेंटेंस की जिहड़ी लेंथ है वो डबल होएगी? तुसीं कहोगे जी हाँ पहला सेंटेंस एंड पा के दूसरा सेंटेंस डबल लेंथ होगी। इसका मतलब कंजंक्शन सब तो खतरनाक बंदा है जिहड़ा सेंटेंस की लेंथ नूं डबल कर दिंदा है। इसनों यही फिर क्लॉज जनरेट करता है, सेंटेंस की टाइप बनाता, बड़ा कुछ है XYZ जो ये चीज़ करता है। फिलहाल इन्नी गल समझने की लोड़ है कंजंक्शन का वर्किंग समझ आई, बेसिक वर्किंग। तुसीं कहोगे जी ठीक है। मैं कहूँगा बिल्कुल अच्छी गल है, जो तुहानूं समझ आई तो उस तो बाद अगली चीज़ देखते हैं इंटरजंक्शन। अच्छा जी हुण इंटरजंक्शन है ना, इस चीज़ को जस्ट समझांगे करांगे आपां। नरेशन दे विच बहुत ज़्यादा काम आउंदी है और जां सेंटेंस स्ट्रक्चर दे विच भी बड़ी काम आउंदी है। जस्ट पहलां इस चीज़ को समझते हैं। अच्छा इंटरजंक्शन ਨੂੰ मैं लिख के नहीं एक्सप्लेन करांगा, जस्ट उदा एक्सप्लेन करने। इंटरजंक्शन ਦੇ ਵਿੱਚ ਕੀ ਹੋਇਆ ਕਿ ਹੁੰਦਾ ਆਪਣੇ ਕੋਲੇ ਵੀ ਆਪਾਂ ਜੋ ਆਪਣੇ ਹਾਵ ਭਾਵ ਹੈ ਨਾ ਦਿਲ ਦੇ ਸਡਨ ਬਾਹਰ ਕੱਢ ਦਿੰਦੇ ਆ ਬਿਨਾਂ ਸੋਚੇ ਸਮਝੇ। ਮੰਨ ਲਓ ਕਿ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ ਇੰਸਟਾਗ੍ਰਾਮ ਤੇ, ਆ ਹੁਣ ਫੀਫਾ ਵਰਲਡ ਕੱਪ ਹੋ ਕੇ ਗਿਆ ਨਾ ਮਤਲਬ 2022 ਵਾਲਾ। ਉਹਦੇ ਵਿੱਚ ਕੀ ਹੁੰਦਾ ਕਈ ਮੂਮੈਂਟ ਇਦਾਂ ਕੈਪਚਰ ਕੀਤੇ ਗਏ ਇੰਸਟਾਗ੍ਰਾਮ ਤੇ, ਆਪਾਂ ਕਲਿੱਪਸ ਦੇਖਦੇ ਆ ਵੀ ਇੱਕ ਗੋਲ ਗਿਆ ਬੰਦੇ ਨੂੰ, ਉਸ ਟੀਮ ਦਾ ਬੰਦਾ ਸੀਗਾ ਜਿਸਨੇ ਗੋਲ ਕੀਤਾ, ਉਹ ਖੁਸ਼ੀ ਮਨਾ ਰਿਹਾ, ਉਹ ਮਤਲਬ ਕਿਦਾਂ ਕਰੇਗਾ ਵਾਓ ਇੱਦਾਂ ਕਰਕੇ ਬੋਲਦਾ ਹੈ ਨਾ, ਅਨਾਊਂਸ ਕਰਦਾ, ਜਾਂ ਫਿਰ ਕਹਿੰਦਾ ਉਹ ਯੈਸ, ਮਤਲਬ ਇੱਦਾਂ ਕਰਕੇ। ਕਈ ਵਾਰ ਹੁੰਦਾ ਆਪਾਂ ਇੱਦਾਂ ਕਰਦੇ ਹੈ ਨਾ। ਇਹ ਚੀਜ਼ ਕੀ ਹੈ, ਇਸ ਚੀਜ਼ ਨੂੰ ਆਪਣੇ ਹਾਵ ਭਾਵ ਪ੍ਰਗਟ ਕਰਨ ਨੂੰ ਬੋਲਦੇ ਨੇ, ਤੇ ਉਹ ਜਿਹੜੇ ਪ੍ਰਗਟ ਆਪਾਂ ਕਹਿੰਦੇ ਵਾਓ, ਉਸ ਚੀਜ਼ ਨੂੰ ਹੀ ਇੰਟਰਜੰਕਸ਼ਨ ਬੋਲਿਆ ਜਾਂਦਾ ਹੈ। ਕਈ ਵਾਰ ਹੁੰਦਾ ਵੀ ਆਪਾਂ ਬਾਈਕ ਤੇ ਬੈਠਦੇ ਸਲੈਂਸਰ ਤੱਤਾ ਲੱਗੇ ਹੁੰਦਾ, ਮੂੰਹ ਚੋਂ ਕੀ ਨਿਕਲਦਾ, ਆਹਾ ਮਤਲਬ ਗੰਦੀ ਜਿਹੀ ਆਵਾਜ਼ ਆਉਂਦੀ ਹੈ ਨਾ, ਉਸ ਚੀਜ਼ ਨੂੰ ਇੰਟਰਜੈਕਸ਼ਨ ਬੋਲਿਆ ਜਾਂਦਾ। ਮਤਲਬ ਆਪਣੇ ਸਡਨ ਬਿਨਾਂ ਸੋਚੇ ਸਮਝੇ ਹਾਵ ਭਾਵ ਨੂੰ ਪ੍ਰਗਟ ਕਰਨਾ ਹੀ ਆਪਣੇ ਕੋਲੇ ਕੀ ਹੁੰਦਾ ਹੈ, ਇੰਟਰਜੈਕਸ਼ਨ ਹੁੰਦਾ ਹੈ। ਇੰਨੀ ਗੱਲ ਸਮਝ ਆਈ ਸਾਰਿਆਂ ਨੂੰ? चलो आई थिंक तुहानूं सारिਆਂ ਨੂੰ एक गल समझ आई होगी, ਕਿਹੜੀ भला अज जो ਆਪਾਂ चैप्टर किया, ਕਿਹੜਾ चैप्टर किया अज ਆਪਾਂ चैप्टर किया जी ਇਹ पार्ट ऑफ स्पीच ਨੂੰ ਸਮਝਿਆ ਵੀ ਇਹਨਾਂ ਦਾ यूज की है। पार्ट ऑफ स्पीच किन्ने तरह के ਹੁੰਦੇ ਨੇ? ਇਹ ਹੁੰਦੇ ਨੇ ਬਈ ਆਪਣੇ ਕੋਲੇ 1 2 3 4 5 6 7 8 ਆਪਣੇ ਕੋਲੇ 8 ਤਰ੍ਹਾਂ ਦੇ ਹੁੰਦੇ ਨੇ। ਉਸ ਤੋਂ ਬਾਅਦ ਆਪਾਂ ਦੇਖਿਆ ਬੇਸਿਕ ਗ੍ਰਾਮਰ ਜਿੰਨਾ ਬਿਨਾ ਜਮਾਂ ਨਹੀਂ ਸਰਦਾ। ਉਸ ਤੋਂ ਬਾਅਦ ਆ ਜਾਂਦੇ ਨੇ ਮੋਡੀਫਾਇਰ ਜਿੰਨਾ ਬਿਨਾ ਸਰਦਾ ਵੀ ਹੈ ਬਟ ਇਹ ਮੋਡੀਫਾਈ ਕਰ ਦਿੰਦੇ ਨੇ। ਅੱਛਾ ਹੁਣ ਦੇਖੋ ਆਪਣੇ ਕੋਲੇ ਮੈਂ ਜੇ ਬੋਲਣਾ ਵਿਸ਼ੇਸ਼ਤਾ ਕੌਣ ਦੱਸਦਾ ਨਾਮ ਦੀ, ਤੁਸੀਂ ਕਹੋਗੇ ਜੀ ਐਡਜੈਕਟਿਵ ਮੋਡੀਫਾਇਰ। ਮੈਂ ਬੋਲੂੰ ਸਰਦਾ ਹੈ ਜਾਂ ਨਹੀਂ ਸਰਦਾ, ਤੁਸੀਂ ਕਹੋਗੇ ਸਰਦਾ ਹੈ ਜੀ, ਕੋਈ ਦਿੱਕਤ ਨਹੀਂ। ਮੈਂ ਕਹੂੰਗਾ ਕਿਰਿਆ ਵਿਸ਼ੇਸ਼ਣ ਦੱਸ ਦਿਓ, ਤੁਸੀਂ ਕਹੋਗੇ ਜੀ ਐਡਵਰਬ ਹੈ। ਮੈਂ ਕਹੂੰ ਸਰਦਾ ਹੈ ਜਾਂ ਨਹੀਂ, ਤੁਸੀਂ ਕਹੋਗੇ ਜੀ ਬਿਲਕੁਲ ਸਰਦਾ ਹੈ, ਕੋਈ ਦਿੱਕਤ ਨਹੀਂ। ਬਟ ਜੇ ਮੈਂ ਕਹਾ ਨਾउन ਬਿਨਾ ਸਰਦਾ ਹੈ, ਤੁਸੀਂ ਕਹੋਗੇ ਨਾ ਜੀ ਨਾ, ਨਾउन ਤਾਂ ਕਹਾਣੀ ਦੀ ਸਟਾਰਟਿੰਗ ਹੈ। ਜੇ ਇੰਨੀਆਂ ਗੱਲਾਂ ਸਮਝ ਆਈਆਂ ਤਾਂ ਅੱਛੀ ਗੱਲ ਹੈ, ਜੇ नहीं समझ आईयां तो कोई दिक्कत नहीं, बेसिक तो फिर कर देंगे किसी काम, फिर किसी दिन वीडियो रिकॉर्ड कर देंगे या जो तुसीं क्लास लगाउणा होगी उदों कल्ली कल्ली चीज़ आपां बिल्कुल एक्सप्लेन कर देंगे। टेंशन लैण दी लोड़ नहीं, कल्ली कल्ली चीज़ कराई जाऊगी। वोकैबलरी करांगे, यही चीज़ एक्चुअली वोकैबलरी हुंदी है। वोकैबलरी करांगे, वोकैबलरी तो बाद ईडियम एंड फ्रेज आउंदे ने, जो चीज़ां पंजाब दे पेपर दे विच आउंदियां ने सारियां कवर करावांगा। टेंशन लैण दी लोड़ नहीं, जिन्ना कराया उन्ना ये कर लिओ। वीडियो नूं एक बार फिर देख लिओ, जे नहीं समझ आया तो उस तो बाद आपां कोई होर नवीं वीडियो या किसी नवें टॉपिक दे नाल मिलांगे, जिवें कि नाउन या प्रनाउन या वर्ब, कोई एक टॉपिक चक लांगे, उसनूं कल्ली कल्ली डिटेल दे विच उसदी खोल के रख देंगे, इहदा यूज़ कर लांगे। चलो जी जिन्ना कराया उन्ना आई होप तुहानूं समझ आया होगा। थैंक यू।